जिस प्रसाद तुम प्रगट संसार तिस प्रभु को मूल न मनों विसार। जे प्रसाद तू प्रगट संसार, जिहदी किरपा तू संसार विच प्रगट है, किहनूं क्या मानू के अगे मन की गल नहीं आई, खुद ही मानू कह रही है भी जिहदी वजह ना तेरी होंद है ना, जिहदी वजह ना तेरी होंद है, तेरी होंद संसार च प्रगट नहीं होती जे शरीर ना होंदा, फिर ਇਹਦੀ होंद प्रगट कित्थे होंदी है? गर्भ च ज्यादा आउंदा है, दो होंदे ने, चलो उत्थे ही दो हो जाते गर्भ च आके। आदमी है ਉਹਦਾ ध्यान है, दो ने इस वक्त, ध्यान फड़ के दिखाओ ਉਹਦਾ ध्यान फड़ना और मन फड़ना एक गल है। ध्यान फड़ लेंदे ने अगले, ध्यान फड़ना एक करामात है, विद्या है। हाँ ਜਿਹੜਾ ਕੀੜੇ ਨੇ ਜਾਦੂਗਰ ਵਗੈਰਾ ਧਿਆਨ ਖਿੱਚਦੇ ਨੇ, ਉਹ ਤਾਂ ਹੋਰ ਕੋ ਰੱਬ ਹੋਰ ਤਰ੍ਹਾਂ ਦਾ। ਜਿਹੜਾ ਵਕਤਾ ਬੈਠਾ ਮੂਹਰੇ ਆਪਣੇ ਬੈਠਾ, ਜੋ ਕਮਜ਼ੋਰ ਹੈ, ਸਾਹਮਣੇ ਵਾਲਾ ਉਹਨੂੰ ਖੇਡ ਕੇ ਰੱਖ ਦੂਗਾ। ਹੈ ਜੀ, ਸਾਹਮਣੇ ਵਾਲਾ ਅਖਾੜ ਦੂ ਉਹਨੂੰ, ਉਖਾੜ ਦੂਗਾ, ਜੇ ਚਾਹੇ ਉਖਾੜ ਦੂਗਾ। ਇਹਦਾ ਧਿਆਨ ਜੇ ਮਜ਼ਬੂਤ ਹੈ, ਉਹਦਾ ਧਿਆਨ ਉਖਾੜ ਕੇ ਰੱਖ ਦੂਗਾ। ਇੱਥੇ ਫਤਿਹਗੜ੍ਹ ਮੈਨੂੰ ਉਹ ਮੈਂ ਸਨ ਮੇਰਾ ਖਿਆਲ ਹੈ 91 ਦੀ ਗੱਲ ਹੈ, ਸ਼ਾਇਦ 90 ਦੀ, ਉਹ ਸੀਗਾ ਇਹਨਾਂ ਦਾ ਯੂਪੀ ਵਾਲਿਆਂ ਦਾ ਭਾਈ ਮਾਸਟਰ। ਅਸੀਂ ਚਲੋ ਫਤਿਹਗੜ੍ਹ ਚਲੇ ਗਏ, ਉਹ ਕਹਿੰਦੇ ਗਾਲ ਪੈ ਗਏ, ਚਲੋ ਫਤਿਹਗੜ੍ਹ ਚੱਲਣਾ। ਮੈਂ ਕਿਹਾ ਮੈਂ ਤਾਂ ਜਾਂਦਾ ਨਹੀਂ, ਹਾਲਾਂਕਿ ਜਦ ਕਲਾਸਾਂ ਵੀ ਸ਼ੁਰੂ ਕੀਤੀਆਂ ਸੀ ਹਾਂ ਮੈਂ ਨਿਗਾਹ ਜਾਂਦਾ ਨਹੀਂ ਸੀ। ਉਹ ਉੱਥੇ ਮੈਂ ਮੱਥੇ ਲੱਗਣਗੇ ਕੀ ਫਾਇਦਾ? ਕਹਿੰਦੇ ਚੱਲ ਆਪਾਂ ਕਿਹੜਾ ਉੱਧਰ ਜਾਣਾ, ਉੱਚੇ ਪਿੰਡੋਂ ਸੀਗਾ ਉਹਦੇ। ਉਹ ਸਵੇਰੇ ਹੀ ਇਹ ਬੋਲਿਆ, ਉਹ ਹੋਰ ਤਾਂ ਮੈਂ ਕੀ ਸੁਣਨਾ ਸੀ। ਉਹ ਜਿਹੜਾ ਨਾ ਆਪਣਾ ਉੱਥੇ ਵਾਲਾ ਹਰਦੇਵ ਸਿੰਘ ਲੂਲੋਂ ਵਾਲਾ, ਅੱਛਾ ਹਰਦੇਵ ਸਿੰਘ ਲੂਲੋਂ ਵਾਲਾ, ਉਹ ਜਦ 4 ਵਜੇ ਲੱਗਿਆ, ਇਹਨਾਂ ਦੀ ਸਟੇਜ ਤੇ ਲੱਗਿਆ, ਜਿੱਥੇ ਮਾਤਾ ਗੁਜਰੀ ਦਾ ਕਾਲਜ ਹੈ ਨਾ, ਇੱਥੇ ਇੱਕ ਸਟੇਜ ਸੀ। ਉਹ ਇੱਥੇ ਜਦ ਸਵੇਰੇ ਬੋਲਿਆ, ਉਹ ਮੈਂ ਕਿਹਾ ਵੀ ਆਹ ਸੁਣਦੇ ਆਪਾਂ ਕੌਣ ਆਦਮੀ, ਉੱਥੇ ਚਲੇ ਗਏ। ਹੁਣ 4 ਵਜੇ ਤੜਕੇ ਨੂੰ ਸਾਰੇ ਲੋਕ, ਕੋਈ ਇੱਧਰ ਪਿਆ ਹੁੰਦਾ, ਕੋਈ ਉੱਧਰ ਪਿਆ ਹੁੰਦਾ, ਸੁਣਨ ਵਾਲੇ ਥੋੜੇ ਹੁੰਦੇ ਨੇ। ਆਸਾ ਦੀ ਵਾਰ ਵਾਲਿਆਂ, ਉਹਨੇ ਆਸਾ ਦੀ ਵਾਰ ਲਾਈ ਸੀ ਸਵੇਰੇ, ਤਵਾ ਵੀ ਲਾਉਂਦਾ ਤਾਂ ਥੋੜਾ ਇਹਨਾਂ ਦੇ ਅਕਾਲੀਆਂ ਤੇ, ਫਿਰ ਕਹਿ ਵੀ ਦਿੰਦਾ ਤਾਂ ਵੀ ਕਹਿਣਗੇ ਤੂੰ ਸਾਡੀ ਸਿਰ ਤੇ ਸਾਥੀ ਤਵਾ ਲਾਈ ਜਾਣਾ, ਚੰਗਾ ਲਾਉਂਦਾ, ਬੁਲਾਰਾ ਵੀ ਤਕੜਾ। ਆਹੋ ਖੈਰ ਮੈਂ ਉੱਥੇ ਚਲਾ ਗਿਆ, ਅਸੀਂ ਜਾ ਕੇ ਬਹਿ ਕੇ, ਉਹ ਜਦ ਪਏ ਤੇ ਸੁੱਤੇ ਨੇੜੇ ਬਹਿ ਕੇ ਜਾ ਕੇ ਸਟੇਜ ਤੇ ਥੋੜਾ ਜਿਹਾ ਪਿੱਛੇ ਹਟਵਾਂ, ਜਿਵੇਂ ਆਪਣੇ ਦਰਵਾਜ਼ੇ ਕੋਲ ਸਟੇਜ ਜੋ ਹੋਏ। ਹੁਣ ਸਟੇਜ ਤਾਂ ਬਥੇਰੀ ਵੱਡੀ ਸੀ। ਉਹ ਮੇਰੇ ਅਸੀਂ ਉਹਦੇ ਨਾਲ ਧਿਆਨ ਨਾਲ ਸੁਣਦੇ ਸੀ ਉਹਦੀ ਗੱਲ। ਜਦ ਉਹ ਅੱਖ 'ਚ ਅੱਖ ਪਾ ਕੇ ਗੱਲ ਕਰਨ ਲੱਗ ਗਿਆ, ਉਹ ਆਪਣਿਆਂ ਨੇ ਪ੍ਰਭਾਵਿਤ ਕਰਦਾ ਸੀ। ਉਹਨੂੰ ਸੁਣਨ ਵਾਲਾ ਚਾਹੀਦਾ ਸੀ ਸਰੋਤਾ, ਉਹ ਵੀ ਚੰਗਾ ਬੁਲਾਰਾ ਵਧੀਆ। ਉਹ ਜਿਹੜਾ ਤਕੜਾ ਬੁਲਾਰਾ ਹੁੰਦਾ, ਉਹ ਚਾਹੁੰਦਾ ਹੁੰਦਾ ਮੇਰੀ ਕੋਈ ਗੱਲ ਸੁਣੇ। ਜਦੋਂ ਜੁੱਜ ਮੈਂ ਜੋਰ ਛਲੀ ਚੰਦਰਾਵਲ ਤੇ ਆਇਆ, ਮੈਂ ਸਿਰ ਮਾਰਤਾ, ਬਸ ਉਹ ਖੜ ਗਿਆ। ਫਿਰ ਅਸੀਂ ਉੱਠ ਕੇ ਆ ਗਏ, ਫਿਰ ਉਹ ਖੜ ਗਿਆ। ਉੱਥੇ ਦੇ ਤਾਂ ਠੀਕ ਆਇਆ, ਜੁੱਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਵ ਪਿਆ। ਮੈਂ ਇੱਥੇ ਹੀ ਬੈਠਾ ਤੇ ਵੀ ਉੱਥੇ ਦੇਖਦੇ ਹਾਂ ਕੀ ਕਹਿੰਦੇ। ਚੱਲ ਛੋਟੀਆਂ ਮੋਟੀਆਂ ਬਾਕੀ ਤਾਂ ਗਲਤੀਆਂ ਜਿਹੜੀਆਂ ਨੇ, ਬਾਕੀ ਤਾਂ ਕੋਈ ਗੱਲ ਨਹੀਂ, ਉਹ ਮਕਾਨ ਸੋਮ ਇਹ ਸਾਰੇ ਕਰਦੇ ਹੀ ਨੇ। ਇੱਥੇ ਦੇਖਾਂਗੇ ਕੀ ਕਰਦਾ। ਇਹ ਸੰਤ ਹੈ ਵੀ ਇਹਦੀ ਕੀ ਹੈ, ਕੁਛ ਨਹੀਂ, ਸਭ ਹੋਈ ਗੱਲ। ਚੁਟਕਲੇ ਸੁਣਦਾ, ਹੋਰ ਕੁਛ ਨਹੀਂ ਸੀ। ਕਮੇਟੀ ਸਿਰਫ ਚੁਟਕਲੇ ਤੇ ਕੁਛ ਨਹੀਂ ਹੈ।
ਸੰਗਤ ਨੂੰ ਇਸ ਹਸਾਈ ਕਰਕੇ ਯੋਗ ਜਿਹੜਾ ਧਿਆਨ ਹੈ, ਧਿਆਨ ਉਖੜ ਜਾਂਦਾ ਬਰਾਬਰ ਵਾਲੇ ਦਾ। ਮੈਨੂੰ ਤਾਂ ਹੀ ਕਹਿੰਦਾ ਵੀ ਜੇ ਮੂਹਰੇ ਬੈਠੇ ਸੱਤ ਕਥਾ ਨਹੀਂ ਹੁੰਦੀ, ਹਾਂਜੀ ਹਾਂਜੀ ਧਿਆਨ ਡਿਸਟਰਬ ਹੁੰਦਾ। ਜਿਹਦੇ ਮੂਹਰੇ ਅਸੀਂ ਮਤਲਬ ਹੈ, ਜਿਵੇਂ ਟੀਚਰ ਦੇ ਸਾਹਮਣੇ ਜਿਹੜਾ ਸਟੂਡੈਂਟ ਹੈ ਗੱਲ ਕਰਦਾ, ਉਹ ਆਪ ਤੋਂ ਘੱਟ ਅਕਲ ਵਾਲਿਆਂ ਦੇ ਸਾਹਮਣੇ ਜੇ ਚੌਥੀ ਦੇ ਨਿਆਣੇ ਨੂੰ ਕਹਿੰਦੇ ਵੀ ਪਹਿਲੀ ਦੇ ਨੂੰ ਪੜ੍ਹਾ ਦੂਗਾ, ਉਹਨੂੰ ਪਤਾ ਵੀ ਮੈਂ ਇਹਦੇ ਨਾਲ ਜ਼ਿਆਦਾ ਪਾਣੀ ਨੀਵੇਂ ਤੁਹਾਨੂੰ ਜਾਂਦਾ, ਉੱਚਾ ਤੁਹਾਨੂੰ ਵੀ ਔਖਾ ਚੜਦਾ, ਫਿਰ ਰੁਕ ਜਾਂਦਾ, ਰੁਕਣ ਲੱਗ ਜਾਂਦਾ, ਉੱਚਾ ਸਮਝਾ ਹੁੰਦਾ ਨਾ, ਫਿਰ ਪਾਣੀ ਰੁਕਣ ਲੱਗ ਜਾਂਦਾ, ਉਹ ਧਿਆਨ ਉਖੜ ਜਾਂਦਾ, ਉੱਠਣ ਲੱਗ ਜਾਂਦਾ। ਹਾਂਜੀ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਗੱਲ ਔਖੀ ਹੈ, ਸੌਖੀ ਨਹੀਂ ਹੈ। ਕਿਵੇਂ ਪ੍ਰਗਟ, ਕੌਣ ਪ੍ਰਗਟ? ਚਿੱਤ ਦੇ ਤੂੰ ਤਾਂ ਕਹਿ ਰਹੀ ਹੈ ਬੁੱਧੀ, ਚਿੱਤ ਦੇ ਅੱਗੇ ਮਨ ਨੂੰ ਝੁਕਾਉਣ ਦੀ ਪ੍ਰਕਿਰਿਆ ਚੱਲਦੀ ਹੈ। ਨਾ ਕਿਸੇ ਦਾ ਨਹੀਂ ਲਿਆ, ਦੱਸਿਆ ਨਹੀਂ ਕਿਹਦੇ ਚੀਜ਼ ਦੀ ਵਜ੍ਹਾ ਨਾਲ ਤੂੰ ਸੰਸਾਰ 'ਚ ਪ੍ਰਗਟ ਹੈ। ਜਿਵੇਂ ਬਾਪ ਦੀ ਵਜ੍ਹਾ ਨਾਲ ਔਲਾਦ ਪ੍ਰਗਟ ਹੈ, ਮੋਟੇ ਤੌਰ ਤੇ ਇਹੀ ਲਾਉਨੇ ਆਪਾਂ। ਜੇ ਮਾਂ-ਬਾਪ ਨਾ ਹੁੰਦੇ ਤੁਸੀਂ ਕਿੱਥੋਂ ਹੁੰਦੇ? ਉਹ ਸਰੀਰ ਕਰ, ਚਲੋ ਗੱਲ ਤਾਂ ਆਹੀ ਹੈ, ਪਰ ਉਹ ਸਾਡੇ ਵਾਲੀ ਗਲਤ ਹੈ ਥੋੜੀ ਜਿਹੀ, ਇਹ ਠੀਕ ਹੈ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਾਂ ਹੀ ਕਹਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਉਹ ਇਸੇ ਸੰਸ ਵਿੱਚ ਗਿਆ, ਮਾਤਾ ਪਿਤਾ ਵਾਲੀ ਗੱਲ ਮਿਸਾਲ ਸਮਝਾ ਕੇ ਇੱਥੇ ਲਿਆਉਣਾ ਸੀ। ਉਹਦਾ ਜੋ ਮਾਸੋਈ ਮਾਸ ਹੋ ਜਾਏ, ਪਰ ਆਹ ਗੱਲ ਸੱਚੀ ਹੈ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਹਦੀ ਭਾਈ ਕਿਰਪਾ ਨਾਲ ਤੇਰੀ ਹੋਂਦ ਦਾ ਸੰਸਾਰ ਵਿੱਚ, ਤੇਰੀ ਹੋਂਦ ਦਾ ਵਜੂਦ ਹੈ। ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਉਹਨੂੰ ਪ੍ਰਭ ਨੂੰ ਮਨੋ ਨਹੀਂ ਵਿਸਾਰਨਾ ਚਾਹੀਦਾ। ਜਿਹੜਾ ਐਸਾ ਪ੍ਰਭ ਹੋਵੇ ਜਿਹਦਾ ਸਾਡਾ ਵਜੂਦ ਹੈ, ਜਿਹੜਾ ਉਹਦੀ ਵਜ੍ਹਾ ਨਾਲ ਵਜੂਦ ਹੈ, ਤੇ ਫਿਰ ਉਹਨੂੰ ਮਨੋ ਵਿਸਾਰੇ, ਤੇ ਫਿਰ ਸਾਡਾ ਵਜੂਦ ਨਹੀਂ ਰਹਿਣਾ। ਇਹਨੇ ਫਿਰ ਬਗਲੇ ਨੇ ਉਹਦੇ ਵਿੱਚ, ਅੱਗੇ ਤਾਂ ਹੰਸ ਅਕੇਲਾ ਹੀ ਹੈ, ਬਾਅਦ ਚ ਉਦੋਂ ਪ੍ਰਗਟ ਕਿੱਥੇ? ਉਦੋਂ ਪ੍ਰਗਟੇ ਨਹੀਂ। ਹਾਂਜੀ, ਸੰਸਾਰ ਚ ਪ੍ਰਗਟ ਇੱਥੇ ਹੈ, ਸੰਸਾਰ ਚ ਪ੍ਰਗਟ ਗਰਭ ਚ ਨਹੀਂ ਹੈ ਮਨ। ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ। ਹਾਂ, ਰਹਿ ਗਈ ਸੀ ਗੱਲ। ਫਿਰ ਗਰਭ ਚ ਮਨ ਹੈ ਨਹੀਂ, ਅੱਡ ਹੈਗਾ, ਪ੍ਰਗਟ ਨਹੀਂ, ਪ੍ਰਗਟ ਨਹੀਂ ਹੈ। ਪ੍ਰਗਟ ਕਿੱਥੇ? ਔਰ ਰਚ ਤਾਂ ਰਿਹਾ ਉੱਥੇ, ਹੈਗਾ ਤਾਂ ਅੱਡ ਤਾਂ ਹੈਗਾ, ਤਾਂ ਹੀ ਰਚ ਰਿਹਾ ਉੱਥੇ। ਉਹ ਧਿਆਨ ਉਹਦੇ ਨਾਲ ਜੁੜਿਆ ਹੋਇਆ, ਬੋਲਣਾ ਲਿਪ ਲੱਗੀ ਹੋਈ ਹੈ। ਉੱਥੇ ਲਿਪ ਲੱਗੀ ਹੋਈ ਆ, ਉੱਥੇ ਨਹੀਂ ਪ੍ਰਗਟ ਹੈਗਾ, ਅਲੱਗ। ਪ੍ਰਗਟ ਦਾ ਜਦ ਕਰਦਾ ਹੈ, ਜਦ ਤ੍ਰਿਸ਼ਨਾ ਲੱਗਦੀ ਹੈ, ਜਦ ਰੋਇਆ ਜਾਂ ਪ੍ਰਗਟ ਕੀਤਾ ਇਹਨੇ। ਉਹ ਪ੍ਰਗਟ ਕਰਨ ਨੂੰ ਕਹਿੰਦਾ ਰੋਣਾ ਚਾਹੀਦਾ ਹੈ। ਹੋ ਰਹਿ ਗਿਆ ਸੀ ਵਿੱਚ ਪੰਗਾ। ਮੈਂ ਕੋਸ਼ਿਸ਼ ਇਹ ਕਰਦਾ ਵੀ ਹੁਣ ਦੁਬਾਰਾ ਸ਼ਾਇਦ ਨਾ ਟਾਈਮ ਬੜੇ ਐਤਕੀ, ਜਿੱਥੇ ਤੱਕ ਮਤਲਬ ਨਿਗਾਹ ਜਾਂਦੀ ਆ, ਉਹ ਰੋੜੀ ਰਾੜੀ ਸਾਰੀ ਭੰਨ ਕੇ ਹੁਣੇ ਕਰ ਲਈਏ। ਠੀਕ, ਔਖੀ ਹੈ ਗੱਲ। ਹਾਂ, ਐ ਸੰਸਾਰ ਲਫ਼ਜ਼ ਆਇਆ, ਉੱਥੇ ਸੰਸਾਰ ਹੈ ਕਿੱਥੇ? ਸਹਿਸਾ ਨਹੀਂ ਤਾਂ ਸੰਸਾਰ ਹੈ। ਸਹਿਸਾ ਸੰਸਾਰ ਕਹਿ ਕੇ ਵੀ ਗਰਭ ਸੰਸਾਰ ਦੇ ਬਾਹਰ ਹੈ। ਉਹ ਲੋਕ ਇਹ ਹੋ ਰਿਹਾ, ਮਾਤ ਲੋਕ ਹੈ। ਉਹ ਮਿਰਤ ਲੋਕ ਹੈ, ਲੋਕ ਹੋਰ। ਮਿਰਤ ਲੋਕ ਦੇ ਵਿੱਚ ਸੰਸਾਰ, ਮਿਰਤ ਲੋਕ ਨੂੰ ਸੰਸਾਰ ਕਹਿੰਦੇ ਨੇ, ਉਹ ਲੋਕ ਹੋਰ। ਉੱਥੇ ਤਪ ਕਰਦਾ, ਤਪੀਸਰ ਨੇ ਸਾਰੇ ਉੱਥੇ, ਤੇ ਸਾਰੇ ਤਪੀਸਰਾਂ ਦਾ ਉਹ ਲੋਕ ਹੈ।
तो कोई भी नहीं हैगा। ਉਹ ਸਾਰੇ ਜਿੰਨੇ ਵੀ ਜਿੱਤੇ ਵੀ ਬੈਠਾ ਕੋਈ ਗਰਭ ਚ ਸਾਰੇ ਤਬੀਸਰ ਨੇ। ਤਬੀਤ ਪੀਸਰ ਕਿਹਦੇ ਵਾਸਤੇ ਆਇਆ? ਇੱਥੇ ਵਾਸਤੇ ਆਇਆ। ਕਰੋੜਾਂ ਹੀ ਤਪ ਕਰਦੇ ਨੇ, ਕੌਣ ਕਰਦੇ ਨੇ? ਇੱਥੇ ਕਿੱਥੇ ਕਰਦੇ ਨੇ? ਕਿੱਥੇ ਕਰਦੇ ਨੇ ਫਿਰ ਉਹ? ਕਈ ਕੋਟ ਜਿਹੜੇ ਤੇ ਉਹਨਾਂ ਨੂੰ ਕਿੱਥੇ ਨੇ? ਦੁਆਪਰਨਾਥ ਜਿਹੜਾ ਤੇ ਦੱਸਿਆ ਤਾਂ ਪੈਗਾ ਕਰੋੜਾਂ ਜਿਹੜੇ ਧਿਆਉਂਦੇ ਨੇ ਉਹ ਕਿੱਥੇ ਨੇ? ਇੱਥੇ ਕਿੱਥੇ ਨੇ ਧਿਆਉਂਦੇ ਕਰੋੜਾਂ? ਇੱਥੇ ਤਾਂ ਸਾਰੇ ਕੋਈ ਸਬਜ਼ੀ ਭੱਜਿਆ ਜਾਂਦਾ ਰਹਿਣ, ਕੋਈ ਵਿਚਾਰਾ ਘਰ ਨੂੰ ਆਉਂਦਾ, ਕੋਈ ਦੁੱਧ ਨੂੰ ਜਾਂਦਾ, ਕੋਈ ਕਿਤੇ ਜਾਂਦਾ। ਭੁੱਲੇ ਫਿਰਦੇ ਹਾਂ ਕੋਟੇ ਤਾਂ ਭੁੱਲੇ ਫਿਰਦੇ ਆ, ਉਲਝੇ ਫਿਰਦੇ ਨੇ। ਕੋਟਣ ਮੈਂ ਗੁਰੂ ਨਾਰਾਇਣ ਜੀ ਜੀ ਦਾ ਉੱਥੇ ਤਾਂ ਇੱਥੇ ਤਾਂ ਰੁਲੇ ਫਿਰਦੇ ਨੇ ਚਿੰਤਾ ਦੇ ਵਿੱਚ, ਘਰ ਦੇ ਧੰਦਿਆਂ ਦੇ ਵਿੱਚ। ਕੋਈ ਕਹਿੰਦਾ ਨਿਆਣਾ ਬਿਮਾਰ ਹੈ, ਕਹਿੰਦਾ ਕੁਛ ਬਿਮਾਰ ਹੈ, ਕੋਈ ਆਪ ਬਿਮਾਰ ਹੈ। ਸਮਝੇ? ਕਿਸੇ ਚਿੰਤਾ ਜੇ ਸਾਰਾ ਸੰਸਾਰ ਉਹ ਤਾਂ ਮੈਲਾ ਮਲਤਾ ਹੈ ਸੰਸਾਰ। ਇੱਥੇ ਤਾਂ ਮਲੀਨ ਬੁੱਧੀ ਕਰੀ ਜਾਂਦਾ ਹੈ ਸਾਰਾ ਸੰਸਾਰ। ਇਹ ਹੈ ਸੰਸਾਰ, ਦੁਆਪਰ ਸੰਸਾਰ ਨਹੀਂ ਹੈ। ਦੁਆਪਰ ਬਾਹਰ ਹੈ, ਔਰ ਤ੍ਰੇਤਾ ਦਾ ਵੈਸੇ ਹੀ ਦੇਵਲੋਕ ਹੈ। ਇਹ ਗੱਲਾਂ ਦਾ ਵੀ ਧਿਆਨ ਰੱਖ ਕੇ ਚੱਲਣਾ ਪਊਗਾ। ਹੁਣ ਜਿਹੇ ਪ੍ਰਸਾਦ ਤੇਰਾ ਪ੍ਰਤਾਪ ਰੇਮਣ ਮੂੜ ਤੂੰ ਤਾਕੋ ਜਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਪਹਿਲਾਂ ਤਾਂ ਪ੍ਰਗਟ ਹੈ। ਚਲੋ ਉਹ ਤਾਂ ਪ੍ਰਗਟ ਦਾ ਸਾਰਾ ਹੀ ਹੈ। ਹੁਣ ਕਿਸੇ ਦਾ ਪ੍ਰਤਾਪ ਹੈ, ਕਿਸੇ ਦਾ ਹੈ ਨਹੀਂ, ਅਲੱਗ ਅਲੱਗ ਨੇ ਨਾ। ਹੁਣ ਜਿਹੜਾ ਰਾਜਾ ਹੈ, ਜਿਹੜਾ ਗੁਰੂ ਹੈ, ਉਹਦਾ ਤਾਂ ਪ੍ਰਤਾਪ ਹੈ। ਉਹ ਸੰਬੋਧਨ ਹੈ ਆਪਣੇ ਉਹਨਾਂ ਨੂੰ। ਸਾਰੀ ਇਹ ਬਾਣੀ ਸਰੋਣੀ ਸਾਹਿਬ ਦੀ ਚਾਰਾਂ ਹੀ ਬੰਦਿਆਂ ਨੂੰ ਸੰਬੋਧਨ ਹੈ। ਕਿਉਂਕਿ ਉਦੋਂ ਰਾਮ ਰਹਿਤਾ ਹੈ ਨਹੀਂ। ਰਾਮ ਰਹਿਤਾ ਛੇਵੇਂ ਪਾਤਸ਼ਾਹ ਜੀ ਦਾ ਮੁੰਡਾ ਸੀ ਨਾ। ਰਾਮ ਰਹਿਤਾ ਪੰਜਵੇਂ ਪਾਤਸ਼ਾਹ ਵੇਲੇ ਹੈ ਨਹੀਂ ਵੀ ਧਿਆਨ ਰੱਖਣਾ। ਰਾਮ ਰਹੀ ਐਵੇਂ ਨਹੀਂ ਕਹਿ ਦੇਣਾ ਕਿਤੇ ਹੈ ਉਹ ਨਹੀਂ ਰਾਮ ਰਹਿ ਉਦੋਂ। ਸਿਰਫ ਸ੍ਰੀ ਚੰਦ ਦਾਤੂ ਦਾਸੂ ਨੇ ਨਹੀਂ ਸੀ ਚਾਹੁੰਦੇ ਵੀ ਗੁਰੂ ਅਮਰਦਾਸ ਆਪਣੇ ਆਪ ਨੂੰ ਡਿਕਲੇਅਰ ਕਰੇ ਮੈਂ ਗੁਰੂ ਹਾਂ। ਆਪ ਕਰਦੇ ਸੀ ਉਹ। ਤਾਂ ਲੱਤ ਮਾਰੀ ਸੀ ਗੁਰੂ ਕੌਣ ਹੈ ਤੂੰ, ਕਿਉਂ ਕੌਣ ਹੈ? ਹੋਰ ਕਿਹੜਾ ਜ਼ਮੀਨ ਵੰਡਣੀ ਸੀ ਉਹਨਾਂ ਨੇ? ਉਹਦਾ ਛੱਡ ਕੇ ਆ ਗਏ ਤੇ ਸਭ ਕੁਝ ਉੱਥੇ ਕਰਨਾ ਸੀ। ਤੂੰ ਗੁਰੂ ਕਹਾਂਗਾ ਕਰੇਗਾ ਸੰਗਤ ਤੇਰੇ ਕੋਲ ਆਊ। ਜੇ ਤੂੰ ਕਹਾਂਗਾ ਨਹੀਂ ਆਪੇ ਸੰਗਤ ਸਾਡੇ ਕੋਲ। ਗੁਰੂ ਕਹਾਉਂਦੇ ਸੀ ਉਹ ਪ੍ਰਚਾਰ ਕਰਦੇ ਤੇ ਨਾ ਵੀ ਕੰਮ ਛੱਡੋ ਤੁਸੀਂ ਆਪਣਾ, ਇਹ ਕੰਮ ਨਾ ਕਰੋ ਕਿਉਂਕਿ ਸਾਡੇ ਘਰੋਂ ਸਿੱਖੇ ਹੋ, ਸਾਡਾ ਹੱਕ ਬਣਦਾ ਹੈ। ਕਿਉਂਕਿ ਇੱਕੋ ਆਦਮੀ ਕਰਦਾ ਤਾਂ ਦੂਏ ਨੂੰ ਅਲਾਉਡ ਨਹੀਂ ਸੀ। ਪ੍ਰਚਾਰ ਇੱਕੋ ਆਦਮੀ ਕਰਦਾ, ਜੇ ਦੂਆ ਕਰਦਾ ਤਾਂ ਬਾਕੀ ਮੰਨਿਆ ਜਾਂਦਾ ਸੀ। ਚਲੋ ਸੰਗਤ ਨੇ ਗੁਰੂ ਅਮਰਦਾਸ ਨੂੰ ਪ੍ਰਵਾਨ ਕਰ ਲਿਆ, ਉਹਨੂੰ ਪ੍ਰਵਾਨ ਨਹੀਂ ਕੀਤਾ। ਇਸ ਗੁੱਸੇ 'ਚ ਲੱਤ ਮਾਰੀ ਵੀ ਬੇਇੱਜ਼ਤੀ ਕਰਦੀ ਹੈ, ਆਪੇ ਸੰਗਤ ਘੱਟ ਆਊਗੀ। ਜੇ ਜ਼ਿਆਦਾ ਬੜਾ ਗੁਰੂ ਹੈ ਉਹਦੀ ਲੱਤ ਤੋੜ ਦੇਵੇ, ਭੰਨ ਦੇਵੇ। ਪ੍ਰਚਾਰ ਦਾ ਕੀ ਹੁੰਦਾ ਲੋਕਾਂ ਦਾ? ਕਰਾਮਾਤਾਂ ਦੀਆਂ ਪ੍ਰਚਾਰ ਕਰਦੇ ਤੇ ਕਹਿੰਦੇ ਦਿਖਾਵੇ ਕਰਾਮਾਤ। ਜੇ ਗੁਰੂ ਹੈ ਕਰਾਮਾਤ ਕੋਈ ਹੁੰਦੀ ਨਹੀਂ। ਆਪਣੀਆਂ ਕਰਾਮਾਤਾਂ ਜੋੜੀਆਂ ਹੋਈਆਂ ਨੇ ਇੱਥੇ ਜੀ ਮੇਰੀ ਨੇ ਉਹ ਕਰਤਾ ਜੀ, ਉਹ ਜੀ ਅੰਨਾ ਠੀਕ ਹੋ ਗਿਆ ਜੀ, ਉਹ ਹੋ ਗਿਆ ਜੀ, ਉਹ ਪਿੰਗਲਾ ਠੀਕ ਹੋ ਗਿਆ ਜੀ। ਇਹ ਝੂਠ ਇਹੋ ਜਿਹਾ ਬੋਲਦੇ ਹੀ ਹੁੰਦੇ ਨੇ। ਇਹਨਾਂ ਦਾ ਗਿਆਨ ਦਾ ਪ੍ਰਚਾਰ ਨਹੀਂ ਹੁੰਦਾ, ਇਹਨਾਂ ਦਾ ਝੂਠ ਦਾ ਕਰਾਮਾਤਾਂ ਦਾ ਪ੍ਰਚਾਰ ਹੁੰਦਾ ਹੈ। ਅਜੇ ਮੈਂ ਸੰਤ ਰਿਹਾ ਦਾ ਜੀ ਆਹ ਠੀਕ ਹੋ ਗਿਆ, ਆਹ ਦੇਖੋ ਜੀ ਆਹ ਰੋਜ਼ ਟੀਵੀ ਤੇ ਤੁਸੀਂ ਰੋਜ਼ ਬਿਆਨ ਦਵਾਈ ਜਾਂਦੇ ਨੇ। ਆਹੀ ਹੁੰਦਾ ਸੀ ਆਪਣੇ ਬੰਦੇ ਉਹਦੇ ਤੇ, ਉਹ ਜੀ ਮੇਰਾ ਤਾਂ ਜੀ ਉਹ ਹੋ ਗਿਆ, ਮੈਂ ਜੀ ਫਲਾਣੇ ਪਿੰਡ ਤੇ ਆਇਆ, ਮੈਂ ਜੀ ਢਿਮਕੇ ਪਿੰਡ ਤੇ ਆਇਆ। ਆਹ ਪ੍ਰਚਾਰ ਕਰਦੇ ਸੀ। ਉਹ ਉੱਥੇ ਗੱਲ ਕਰਦੇ ਹੋਣੇ ਨਾ, ਕੋਈ ਉੱਥੇ ਗੱਲ ਕਰਦੇ ਹੋਣੇ ਉਹਨਾਂ ਨੂੰ ਵੀ ਆਉਣ ਨਾ ਸੈਟਲਮੈਂਟ। ਹਾਂਜੀ ਸਮਝਿਆ ਜੀ? ਉਹ ਪ੍ਰਚਾਰ, ਇਹ ਪ੍ਰਚਾਰ ਜਿਹੜਾ ਆਮ ਲੋਕ ਉਹ ਕਰਾਮਾਤ ਦੇ ਪ੍ਰਚਾਰ ਨੂੰ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਜਿਵੇਂ ਟੀਵੀ ਤੇ ਮੇਰਾ ਜੀ ਉਹ ਬਿਮਾਰੀ ਠੀਕ ਹੋ ਗਈ,
ਸਾਡਾ ਜੀ ਕੰਮਕਾਰ ਠੀਕ ਹੋ ਗਿਆ, ਸਾਡਾ ਉਹ ਠੀਕ ਹੋ ਗਿਆ। ਉਹਨੂੰ ਸੁਣੀ ਜਾਊਗਾ, ਹੈਂਡ ਫ੍ਰੀ ਬੰਦ ਕਰ ਦੇ, ਫਿਰ ਆਵਾਜ਼ ਆਉਂਦੀ ਹੋਣੀ। ਇਹਦੇ ਨਾਲ ਸਮਝਿਆ ਨਹੀਂ, ਨੇੜੇ ਕਰ ਇਹਦੇ ਨਾਲ ਉਹਨਾਂ ਨਾਲ ਸੰਗਤ ਜ਼ਿਆਦਾ ਜੁੜਦੀ ਸੀ, ਝੂਠ ਜੋ ਬੁਲਾਉਂਦੇ ਸੀ। ਆਪਣੇ ਬੰਦੇ ਨੇ ਜਿੱਤੇ ਮਰਜ਼ੀ ਯੋਗ ਬਿਆਨ ਦਵਾ ਲਓ, ਕਿਹੜਾ ਪਤਾ ਹੁੰਦਾ ਕਿਹੜੇ ਪਿੰਡ ਦਾ, ਕੋਈ ਦੂਰੋਂ ਦੂਰੋਂ ਬੰਦੇ ਲੈ ਆਉਣੇ, ਕੋਈ ਦੇ ਲੈ ਕੇ ਉਹਨਾਂ ਦੇ ਬਿਆਨ ਦਵਾਈ ਜਾਣ। ਕੋਈ ਕੰਮ ਠੀਕ ਹੋ ਵੀ ਜਾਂਦੇ ਹੁੰਦੇ ਨੇ ਮਾੜੇ ਮੋਟੇ। ਇਹ ਉਹਨਾਂ ਨੂੰ ਸੰਬੋਧਨ ਕਰਕੇ ਲਿਖੀ ਹੈ ਬਾਣੀ। ਸ੍ਰੀ ਚੰਦ ਕਹਿ ਗਰਦ ਪ੍ਰੀਤ ਭਸਮ ਸੰਗ ਹੋਏ, ਭਸਮ ਆ ਗਈ। ਤੇ ਬਾਕੀ ਸੰਤ ਦੀ ਗੱਲ ਗਾਹਾਂ ਆਊਗੀ, ਸੰਤ ਕੌਣ ਹੁੰਦਾ, ਕੀ ਹੁੰਦਾ, ਇਹ ਉਹਨਾਂ ਨੂੰ ਧਿਆਨ ਰੱਖੇ। ਟਾਰਗੇਟ ਇਹ ਚਾਰੇ ਜਿਹੜੇ ਤਿੰਨੇ ਸੈਂਟਰ ਨੇ, ਉਦੋਂ ਤਿੰਨ ਸੈਂਟਰ ਨੇ। ਉਦੋਂ ਦਿਨ ਨੇ, ਅੱਜ ਚਾਰ। ਹਾਂ, ਅੱਜ ਤਾਂ 5-6 ਨੇ, ਅੱਜ ਛੱਡੋ ਤੁਸੀਂ। ਉਦੋਂ ਤਿੰਨ ਨੇ ਸੈਂਟਰ। ਗੋਇੰਦਵਾਲ ਪੰਚਮ ਬਾਦਸ਼ਾਹ ਵੇਲੇ ਦਾ, ਗੋਇੰਦਵਾਲ ਅੰਮ੍ਰਿਤਸਰ ਤਾਂ ਆਪੇ ਨੇ। ਉਦੋਂ ਅੰਮ੍ਰਿਤਸਰ ਨਹੀਂ ਇਹਨਾਂ ਕੋਲੋਂ ਗਿਆ ਜਦ ਬਾਅਦ ਚ। ਅੰਮ੍ਰਿਤਸਰ ਤਾਂ ਆਪੇ ਹਾਜ਼ਰ ਨੇ। ਹਾਂ, ਜਿਆਦਾ ਬਾਣੀ ਲਿਖੀ ਗਈ ਆ, ਉਦੋਂ ਨਹੀਂ, ਉਦੋਂ ਤੱਕ ਉਹਨਾਂ ਦੇ ਕੋਲ ਹੀ ਹੈ ਬਾਣੀ ਲਿਖੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਬਾਅਦ ਜਾਂਦਾ ਅੰਮ੍ਰਿਤਸਰ ਉਹਨਾਂ ਦੇ ਕੋਲ। ਹਾਂ, ਪ੍ਰਚਾਰ ਉਹ ਚਾਹੇ ਸਾਈਡ ਤੇ ਆਪਣੇ ਘਰ ਕਰੀ ਜਾਂਦੇ, ਹੁਣ ਬਾਹਰ ਅੰਦਰ ਬੜੇ ਭਾਈ ਇਹਨਾਂ ਦੇ। ਇਹ ਗੱਠ ਧੁੱਪ ਕੀਤੀ ਇਹਨਾਂ ਚੋਰਾਂ ਨੇ, ਦੂਜਿਆਂ ਨਾਲ, ਪਿੱਛੇ ਵਾਲਿਆਂ ਨੂੰ। ਉਹਨਾਂ ਦੇ ਖਿਲਾਫ ਵੀ ਬਹੁਤ ਕੁਝ ਗੁਰੂ ਰਾਮਦਾਸ ਨੇ ਪ੍ਰਚਾਰ ਕੀਤਾ ਸੀ। ਦੂਏ ਤਿੰਨਾਂ ਸੈਂਟਰਾਂ ਦੇ ਖਿਲਾਫ ਉਹਨਾਂ ਦੀ ਬਾਣੀ ਵੀ ਬਹੁਤ ਕੁਝ ਹੈ। ਇਹਨਾਂ ਦੇ ਖਿਲਾਫ ਤਿੰਨਾਂ ਦੇ, ਜਿਹੜੇ ਅਸੀਂ ਜੋਗੀਆਂ ਜਾਗੀਆਂ ਦੀ ਗੱਲ ਕਰਦੇ ਆ ਨਾ, ਹਿੰਦੂ ਮਤ ਦੇ ਖਿਲਾਫ ਕੁਝ ਨਹੀਂ। ਹਿੰਦੂ ਮਤ ਤੋਂ ਪ੍ਰਭਾਵਿਤ ਇਹ ਸੀ ਜਿਹੜੇ ਕਰਦੇ ਇਹਨਾਂ ਦੇ ਖਿਲਾਫ ਹੈ। ਅਸੀਂ ਸੂਈ ਹਿੰਦੂ ਮਤ ਮੋੜ ਕੇ ਇੱਥੇ ਹੀ ਰੱਖਣੀ ਹੈ ਆਪਣੇ ਵਾਲੇ ਤਿੰਨ ਸੈਂਟਰ। ਹਾਂ, ਸਾਡਾ ਲੌਸ ਵੀ ਇਹੀ ਕਰ ਰਹੇ ਨੇ। ਸਾਡਾ ਕੀ ਲੌਸ ਕਰ, ਉਹ ਸਾਡਾ ਕੀ ਲੌਸ ਕਰਦੇ ਨੇ? ਸਾਡਾ ਲੌਸ ਵਿਚਾਰਧਾਰਾ ਤੇ ਇਹ ਕਰ ਰਹੇ ਨੇ, ਇਹ ਕਰ ਰਹੇ ਨੇ ਹੁਣ ਵੀ। ਹਾਂ, ਉਹਨਾਂ ਦੇ ਏਜੰਟ ਨੇ। ਅਸੀਂ ਦੇਖੋ, ਜੇ ਕਿਸੇ ਪਾਕਿਸਤਾਨ ਨੇ ਸਾਡੇ ਕੋਲ ਇੱਥੇ ਅੱਤਵਾਦੀ ਭੇਜਤੇ, ਅਸੀਂ ਅੱਤਵਾਦੀਆਂ ਨੂੰ ਫੜਨਾ, ਪਾਕਿਸਤਾਨ ਤੇ ਹਮਲਾ ਕਰਨਾ। ਉਹਨਾਂ ਦਾ ਸਾਡੇ ਚ ਆ ਵੜਿਆ ਕੋਈ ਬੰਦਾ ਜਾਸੂਸ ਫੜ ਕੇ ਉਹਦੇ ਤੇ ਕੇਸ ਚਲਾਵਾਂਗੇ ਅਸੀਂ ਨਾ। ਜਾਸੂਸ ਨੇ ਸਾਡੇ ਕੋਲ ਆਏ, ਸਾਡੇ ਤਾਂ ਮੁਲਜ਼ਮ ਇਹ ਨੇ ਜਿਹੜੇ ਬੋਲਦੇ ਨੇ, ਜਿਹੜੇ ਉਲਟ ਪ੍ਰਚਾਰ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿੱਲੀ ਗੱਡੀ ਹੋਈ ਆ ਉੱਥੇ, ਤੇਰਾ ਗੁਰੂ ਅਮਰਦਾਸ ਬੰਨ ਕੇ ਕੇਸ ਤਪ ਕਰਦੇ ਸੀ। ਜਿਹੜੇ ਬੇਰੀ ਦੀ ਗੱਲ ਕਰਦੇ ਨੇ, ਬੇਰੀ ਰੁਕ ਭੰਜਣੀ ਹੈ, ਨੁਕਸਾਨ ਇਹ ਕਰ ਰਹੇ ਨੇ ਸਾਡੇ। ਜਿਨ੍ਹਾਂ ਨੇ ਬ੍ਰਹਮ ਬੂਟਾ ਉੱਥੇ ਲਾਇਆ ਹੋਇਆ, ਬਣਿਆ ਹੋਇਆ, ਨੁਕਸਾਨ ਤਾਂ ਇਹਨਾਂ ਨੇ ਕੀਤਾ। ਅਰਥਾਂ ਦੇ ਅਨਰਥ ਜਿਹਨਾਂ ਨੇ ਕੀਤੇ ਨੇ, ਉਹਨਾਂ ਨੂੰ ਡਰ। ਉਹ ਕਿੱਥੋਂ ਆਏ ਨੇ? ਦੋ ਤਰ੍ਹਾਂ ਦੇ ਹੀ ਨੇ। ਸ੍ਰੀ ਚੰਦ ਵਿੱਚ ਜੋਗੀ ਨੇ, ਅਦੂਏ ਪੜਨ ਦੇ ਚੱਲੇ ਨੇ। ਸਿਮਰਤ ਸ਼ਾਸਤਰ ਵਾਲੇ ਨੇ ਦੂਏ, ਦੋ ਹੀ ਮੇਨ ਪ੍ਰਚਾਰ ਭਾਈ। ਸਿਮਰਤ ਸ਼ਾਸਤਰ ਵਾਲਾ ਕਾਨੂੰਨ ਸਾਡੇ ਤੇ ਲਾਗੂ ਕਰਤਾ। ਜਿਨ੍ਹਾਂ ਨੂੰ ਅਸੀਂ ਝੂਠੇ ਕਿਹਾ ਸੀ ਸ਼ਾਸਤਰਾਂ ਨੂੰ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਲ ਨਾ ਜਾਣੀ। ਸਾਡੇ ਪੁੰਨ ਪਾਪ ਮੰਨ ਲਿਆ ਕਿ ਨਹੀਂ? ਇਹਨਾਂ ਨੇ ਪੁੰਨ ਪਾਪ ਦਾ ਪ੍ਰਚਾਰ ਕਰਦੇ ਨੇ ਕਿ ਨਹੀਂ ਕਰਦੇ? ਫਿਰ ਸਿਮਰਤ ਸ਼ਾਸਤਰ ਵਾਲੇ ਉਹਨਾਂ ਦੇ ਏਜੰਟੇ ਨੇ। ਜਦ ਅਸੀਂ ਕਹਿੰਦੇ ਪਾਪ ਪੁੰਨ ਹਮਾਰੇ ਬਸ ਨਹੀਂ, ਤੇ ਫਿਰ ਇਹ ਗੱਲ ਨਹੀਂ ਕਹਿੰਦੇ, ਮੰਨਦੇ ਕਿਉਂ ਨਹੀਂ ਇਹ ਗੱਲ? ਇਹਦਾ ਮਤਲਬ ਉਹਨਾਂ ਦੇ ਏਜੰਟ ਨੇ, ਪਾਪ ਪੁੰਨ ਮੰਨਣ ਵਾਲਿਆਂ ਦੇ। ਇਹ ਟਾਰਗੇਟ ਸਾਰੀ ਗੁਰਬਾਣੀ ਇੱਥੇ ਰੱਖਣੀ ਆਉਣਾ ਸੀ ਇਹਨਾਂ ਤੇ। ਇੱਕ ਤਾਂ ਸਾਡੇ ਵਿੱਚੋਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ। ਪੁਰਾਣੀ ਹਿਸਟਰੀ ਕੋਲ ਹੈ, ਜਿਹਨੇ ਜਿਹੜੇ ਧੜੇ 'ਚ ਬਣਨਾ ਐਲਾਨ ਕਰਕੇ ਬੜੇ, ਤਾਂ ਕਿ ਦੂਆਂ ਨੂੰ ਪਤਾ ਹੋਵੇ ਵੀ ਉਹ ਖੜਾ। ਧੜਾ ਅੱਡ ਤੇ ਨਾ ਟ੍ਰੇਸ ਤਾਂ ਹੋਵੇ ਨਾ, ਅੱਡ ਜਿਹੜਾ ਸਹੀ ਹੈ, ਧੜਾ ਅੱਡ ਕਰ ਦੋ, ਵਰਡ 'ਚ ਪਤਾ ਲੱਗ ਜਵੇ। ਜਿਵੇਂ ਸਹੀਆ ਸੁਣੀ ਨੇ, ਅੱਡ ਧੜੇ ਖੜੇ ਨੇ, ਦੋਵੇਂ ਖੜੇ ਨਾ ਹੋਏ ਐ ਖੜਨ ਸਾਡੇ ਨਾਲ, ਸਾਨੂੰ ਕੋਈ ਰੌਲਾ ਨਹੀਂ। ਸਿੱਖੀ ਨੂੰ ਇੱਜ਼ਤ ਮਿਲਣੀ ਹੈ ਦੁਨੀਆ 'ਚ, ਇਹਨਾਂ ਨੂੰ ਇੱਜ਼ਤ ਮਿਲਣੀ ਓ ਨਹੀਂ। ਇਹਨਾਂ ਨੂੰ ਜਿਨ੍ਹਾਂ ਨੇ ਭੇਜਿਆ
RSS ਉਹਨਾਂ ਨੇ ਵੀ ਨਹੀਂ ਮੁਖਰ ਹੋ ਕੇ ਕਹਿਣਾ ਵੀ ਇਹ ਠੀਕ ਨਹੀਂ। ਅੰਦਰ ਵੜ ਕੇ ਜੋ ਮਰਜ਼ੀ ਕਹੀ ਜਾਣ, ਐਲਾਨੀਆਂ ਤੌਰ ਤੇ ਨਹੀਂ ਕਹਿਣਾ ਵੀ ਇਹ ਸਿੱਖ ਨੇ। ਕਿਉਂ? ਉਹਨਾਂ ਨੂੰ ਤਾਂ ਫਾਇਦਾ ਹੈ। ਅਸੀਂ ਰਾਜ ਨਹੀਂ ਮੰਗਦੇ, ਰਾਜ ਮੰਗਦੇ ਨੇ। ਉਹਨਾਂ ਨੇ ਤਾਂ ਹੁਣ ਇਹਨਾਂ ਦੇ ਖਿਲਾਫ ਹੋਣਾ। ਰਾਜ ਨਾ ਮੰਗਣ ਦੀ ਜਿਹੜੀ ਪਾਲਿਸੀ ਹੈ, ਇੱਕ ਤਾਂ ਗੁਰਮਤਿ ਨਾਲ ਮੇਲ ਖਾਂਦੀ ਹੈ, ਇੱਕ ਜਿਹੜਾ ਰਾਜੇ ਦਾ ਵਿਰੋਧ ਹੈ ਸਾਡੇ ਨਾਲ ਨਹੀਂ ਹੋਊ, ਇਹਨਾਂ ਨਾਲ ਹੋਊ। ਰਾਜ ਪ੍ਰਬੰਧ ਸਾਡੇ ਹੱਕ ਚ ਆਊਗਾ। ਜਦ ਅਸੀਂ ਪ੍ਰੇਮ ਦੀ ਗੱਲ ਕਰਦੇ ਹਾਂ, ਅਸੀਂ ਨਫ਼ਰਤ ਦੇ ਖਿਲਾਫ ਹਾਂ। ਅਸੀਂ ਸਭ ਨੂੰ ਕਹਿੰਦੇ ਵੀ ਸਾਰੇ ਹੀ ਸਿੱਖ ਨੇ, ਸਾਰਿਆਂ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਹੈ। ਜਿਹੜਾ ਮੰਨਦਾ ਸਿੱਖ ਹੈ, ਜਿਹੜਾ ਨਹੀਂ ਮੰਨਦਾ ਉਹ ਸਿੱਖ ਹੈ ਨਹੀਂ। ਕੈਟਾਗਰੀ ਦੋ ਰੱਖੀਆਂ ਨੇ, ਤੀਜੀ ਹੈ ਹੀ ਨਹੀਂ। ਇਹ ਗੁਰਮੁਖ ਹੈ, ਮਨਮੁਖ ਹੈ। ਚਾਰ ਵਰਨਾਂ ਦਾ ਕੋਈ ਮਤਲਬ ਨਹੀਂ ਸਾਡੇ ਨਾਲ। ਇਹੀ ਸਰਕਾਰ ਮੰਨਦੀ ਹੈ। ਚਾਰ ਵਰਣ ਜਿਹੜਾ ਮੰਨਦਾ ਹੈ ਗੁਪਤ ਹੋ ਕੇ ਚਾਹੇ ਮੰਨ ਲਵੇ, ਐਲਾਨ ਕਰਕੇ ਸਟੇਜ ਤੇ ਕੋਈ ਨਹੀਂ ਕਹਿ ਸਕਦਾ। ਕਿਸੇ ਦੀ ਹਿੰਮਤ ਨਹੀਂ ਵਰਡ ਸਟੇਜ ਤੇ ਖੜ ਕੇ ਕਹਿ ਦੇਵੇ ਚਾਰ ਵਰਣ, ਉਹ ਨਹੀਂ ਹਿੰਮਤ ਹੈ। ਉਹ ਚਿੱਤੇ ਜੋ ਮਰਜ਼ੀ ਹੋਵੇ ਕਰਦੇ, ਐਲਾਨੀਆਂ ਅੰਦਰ ਖਾਨਾ ਜੋ ਮਰਜ਼ੀ ਹੋਣ, ਇਹਨਾਂ ਨੂੰ ਮੁਖਰ ਹੋ ਕੇ ਨਹੀਂ ਕਹਿ ਸਕਦੇ। ਸਗੋਂ ਫਸ ਗਏ। ਸੰਗਤ ਆ ਜਿਹੜੀ ਇਹਨਾਂ ਦੇ ਪਿੱਛੇ ਹਟ ਗਈ, ਕੁਦਰਤੀ ਹਟੀ ਤਾਂ ਕੁਦਰਤੀ ਹੈ। ਇਹ ਕਹਿਣਗੇ ਸਾਨੂੰ ਸਾਡਾ ਵੀ ਅਸੀਂ ਸਿੱਖ ਨਹੀਂ ਕਹਿਤਾ ਵੀ ਸਿੱਖੇ ਨਹੀਂ ਤੁਸੀਂ ਹਲੀ ਤਾਂ ਖੇਡਦਾ ਜੋ ਵਰਤੀ। ਉਹ ਭਾਈ ਨਸ਼ੇ ਵੇਚਦੇ ਨੇ, ਨਸ਼ਿਆਂ ਤੇ ਤੁਸੀਂ ਖਿਲਾਫ ਹੋ, ਤੁਸੀਂ ਉਹ ਨਸ਼ੇ ਵੇਚ ਕੇ ਲਾਉਂਦੇ ਹੋ। ਹੁਣ ਤਾਂ ਪਤਾ ਹੀ ਲੱਗ ਗਿਆ ਬੰਦੇ ਇਹਨਾਂ ਦੇ ਵਿੱਚ। ਜਦ ਹੁਣ ਅਧਿਕਾਰੀ ਫੜੇ ਗਏ, ਪੁਲਿਸ ਵਾਲੇ ਕਿੰਨੇ ਫੜੇ ਗਏ, ਉਹ ਆਪੇ ਗਈ ਨੇ। ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ, ਬਾਕੀ ਸਬੂਤ ਇਹ ਸਭ ਪਤਾ ਹੀ ਹੈ। ਫਿਰ ਉਹ ਪੰਥ ਦੀ ਹੋਵੇ ਸਰਕਾਰ, ਉਹਦੇ ਵਿੱਚ ਇਹ ਕੰਮ ਹੋਵੇ। ਅਸੀਂ ਤਾਂ ਚਾਹੇ ਨਸ਼ਿਆਂ ਨੂੰ ਜੋ ਮਰਜ਼ੀ ਮੰਨੀਏ, ਪਰ ਦੁਨੀਆ ਤਾਂ ਨਹੀਂ ਨਾ ਮੰਨਦੀ ਇਹਨਾਂ ਨੂੰ ਸਿੱਖ। ਇਹਨਾਂ ਨੇ ਪ੍ਰਚਾਰ ਕੀਤਾ ਸਿੱਖੀ ਦਾ। ਇਹਨਾਂ ਦੀ ਉਹ ਸਿੱਖੀ ਪ੍ਰਚਾਰੀ ਹੋਈ ਹੈ ਵੀ ਸਿੱਖੀ ਨਸ਼ਿਆਂ ਦੇ ਖਿਲਾਫ ਹੈ। ਜਿਹਨਾਂ ਨੇ ਨਸ਼ੇ ਵੱਡੇ ਨੇ ਵੀ ਸਿੱਖ ਕਿੱਥੋਂ ਰਹਿ ਗਏ? ਆਪਣੀ ਜ਼ਬਾਨੀ ਸਿੱਖਿਆ ਨਹੀਂ ਹੈ। ਜਿਹੜਾ ਇਹਨਾਂ ਦਾ ਪ੍ਰਚਾਰ ਉਹਦੇ ਮੁਤਾਬਕ ਸਿੱਖ ਨਹੀਂ ਰਹੇ। ਨੁਕਸਾਨ ਕੀਤਾ ਸਿੱਖੀ ਦਾ ਨਾ। ਇਲਜ਼ਾਮ ਤਾਂ ਲੱਗ ਗਿਆ ਸਾਡੇ ਵਾਲਾ ਦਾ ਕੀਤਾ। ਜਿਹੜਾ ਇਹਨਾਂ ਵਾਲਾ ਪ੍ਰਚਾਰ ਉਹਦੇ ਹਿਸਾਬ ਨਾਲ ਵੀ ਕਰ ਬੈਠੇ ਨਸ਼ੇ ਵੰਡ ਕੇ। ਬਹੁਤ ਖਰਾਬ ਜਦ ਹੁੰਦੀ ਹੈ, ਐਵੇਂ ਹੋ ਜਾਂਦੀ ਹੁੰਦੀ ਹੈ। ਹਾਂਜੀ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇਮਨ ਮੂਰਤ ਤਾਕੋ ਜਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਪ੍ਰਤਾਪ ਹੈ ਉਹਨਾਂ ਦਾ। ਉਹਨਾਂ ਦੇ ਕੋਲ ਸੰਗਤ ਆਉਂਦੀ ਹੈ। ਗੁਰੂਆਂ ਦੇ ਕਹਿੰਦੇ ਨੇ ਵੀ ਭਾਈ ਗੁਰੂਆਂ ਦੇ ਇਹ ਬੱਚੇ ਨੇ, ਗੁਰੂਆਂ ਦੇ ਬੱਚੇ ਹੋਣ ਦਾ ਹੀ ਪ੍ਰਤਾਪ ਹੈ। ਹੋਰ ਕਾਹਦਾ ਪ੍ਰਤਾਪ ਹੈ? ਤੇ ਜਨਮ ਉੱਥੇ ਮਿਲਿਆ ਤਾਂ ਹੀ ਪ੍ਰਤਾਪ ਹੈ। ਹੋਰ ਕਾਹਦਾ ਪ੍ਰਤਾਪ ਹੈ? ਚਲ ਮਾੜੇ ਮੋਟੇ ਗਿਆਨ ਵੀ ਹੈ। ਗੁਰੂ ਘਰ ਚ ਪੈਦਾ ਹੋਇਆ ਦਾ ਗਿਆਨ ਦਾ ਵੀ ਫਰਕ ਹੈ। ਗਰੀਬ ਦੇ ਘਰ ਪੈਦਾ ਹੋ ਗਏ, ਜੇ ਸੁਣਦੇ ਉਹ ਤੇ ਸੁਣਿਆ ਤਾਂ ਬਹੁਤ ਕੁਛ ਹੈ। ਚਲ ਮੰਨਿਆ, ਪ੍ਰਚਾਰ ਕਰ ਰਹੇ ਨੇ, ਸੁਣਿਆ ਤਾਂ ਹੀ ਪ੍ਰਚਾਰ, ਸੁਣਿਆ ਸਭ ਕੁਛ ਹੈ, ਜਾਣਦੇ ਸਭ ਕੁਛ ਨੇ, ਪਰ ਪ੍ਰਚਾਰ ਦੇ ਨਹੀਂ ਹਨ। ਮਾਇਆ ਕਰਕੇ, ਲਿਹਾਜ਼ ਕਰਕੇ। ਉਹ ਜਿਹੜਾ ਘੂੰਗੜ ਕਬੀਰ ਕਹਿੰਦਾ ਆਹੀ ਘੂੰਗੜ ਹੈ। ਰੋ ਰੋਹਰੀ ਬੋਹਰੀਆ ਘੂੰਗੜ ਜਿਨੀ ਕਾਢੇ, ਅੰਤ ਕੀ ਬਾਲ ਲਹਿੰਗੀ ਤੋਰੇ ਆਟੇ। ਆਡੇ ਆ ਗਿਆ ਉਹ ਮੂੰਹ ਦੇਖ ਲਿਆ ਵੀ ਇਹ ਮੂਰਤੀ ਪੂਜਾ ਕਰਦੇ ਨੇ। ਆਪਾਂ ਨੇ ਕਾਹਨੂੰ ਪਾਤੀ ਜੀਓ ਕਾਹਨੂੰ ਕਹਿਣਾ? ਕਹਿ ਦੋ ਵੀ ਚੱਲ ਜੇ ਕਹਿੰਦੇ ਨੇ ਪੱਥਰ ਚੋਂ ਪਾ ਲਈ ਦਾ, ਕਹਿ ਦੋ ਪਾ ਲਈ ਦਾ। ਆਪਣਾ ਕਿਹੜਾ ਕੋਈ ਜਾਂਦਾ ਹੈ? ਆਪਾਂ ਨੂੰ ਤਾਂ ਪਤਾ ਹੀ ਹੈ ਵੀ ਮਿਲਦਾ ਨਹੀਂ। ਵੀ ਚੱਲ ਆਪਣੇ ਕਹੇ ਤੇ ਕਿਹੜਾ ਕੰਮ ਮੂਰਤੀ ਚ ਪੈ ਜੂ। ਕੰਪਰੋਮਾਈਜ਼ ਕਰ ਲਿਆ। ਅੰਦਰੋਂ ਚਾਹੇ ਜਾਣਦੇ ਹੀ ਸੀ ਕਿ ਚਾਹੇ ਆਦਮੀ ਤਾਂ ਆਪਣੇ ਆਉਂਦੇ ਹੀ ਨੇ, ਲਿਹਾਜ਼ ਬਣੀ ਹੋਈ ਹੈ। ਆਪਣੇ ਧੜਾ ਭਾਰੀ ਹੈ। ਉਹ ਧੜਾ ਭਾਰੀ ਬਣਾਉਣ ਵਾਸਤੇ ਉਹ ਝੂਠਾ ਖਾਣਾ ਪੈ ਗਿਆ ਮਿੱਠੇ ਦੇ ਲਾਲਚ ਨੂੰ। ਮਿੱਠੇ ਦੇ ਲਾਲਚ ਨੂੰ ਝੂਠਾ ਖਾਣਾ ਪੈ ਗਿਆ। ਉਹ ਮਿੱਠਾ ਸੀ, ਮਾਇਆ ਮਿੱਠੀ ਸੀ। ਮਾਇਆ ਦਾ ਮੂੰਹ ਮਿੱਠਾ ਸੀ।
ਉਹ ਝੂਠ ਖਾਣਾ ਪੈ ਗਿਆ ਉਹਦੇ ਵਿੱਚ। ਕਹਿੰਦੇ ਚੱਲ ਇੰਨਾ ਕੁ ਵਿੱਚ ਝੂਠ ਖਾ ਲੈਂਦੇ, ਸੱਚ ਤਾਂ ਖਾਈਦਾ ਹੀ ਆ। ਆਪਾਂ ਕਿਹੜਾ ਉੱਤੋਂ ਹੀ ਪਾਉਣਾ, ਆਪਾਂ ਤਾਂ ਅੰਦਰੋਂ ਤਾਂ ਆਪਾਂ ਮੰਨਦੇ ਹੀ ਆ। ਨਾਲੇ ਆ ਕਹਿੰਦੇ ਆ ਸੰਗਤ ਨੂੰ ਕਹੀ ਜਾਂਦੇ ਨੇ, ਕਿਸੇ ਨੂੰ ਕੁਛ ਕਿਸੇ ਨੂੰ ਕੁਛ। ਜਿਹੜਾ ਦੁਆ ਸਿੱਖ ਹੁੰਦਾ ਉਹ ਕਹਿੰਦਾ ਠੀਕ ਆ, ਪਰ ਚਲੋ ਆਪਣੀ ਆਪਾਂ ਕਾਹਨੂੰ ਵਿਗਾੜਨੀਆਂ ਨਾ। ਅੱਧ ਪਚੱਦੀ ਤਾਂ ਦੱਸੀ ਜਾਓ, ਅੱਧੀ ਪਚੱਦੀ ਫੇਰ ਦੱਸ ਦਾਂਗੇ। ਚੱਲ ਬਾਣੀ ਤਾਂ ਪੜ੍ਹਦੇ ਹੀ ਨੇ, ਆਪਣੇ ਕੋਲ ਤਾਂ ਆਉਂਦੇ ਹੀ ਨੇ। ਇਹ ਜਿਹੀਆਂ ਗੱਲਾਂ ਸੀ ਜਿਹਦੇ ਨਾਲ ਟਿਕੇ ਰਹੇ। ਪਿੱਛੋਂ ਇਹੀ ਟੈਕਨੀਕ ਖਾਲਸੇ ਨੇ ਵਰਤੀ ਹੈ, ਇਹੀ ਟੈਕਨੀਕ ਵਰਤੀ ਹੈ। ਰਣਜੀਤ ਸਿੰਘ ਦੇ ਪਹਿਲਾਂ ਨਾ ਅਕਾਲੀ ਫੂਲਾ ਸੰਭਲਦੇ, ਉਹ ਜਿਆਦਾ ਇਹਨਾਂ ਨੂੰ ਵੇਦੀਆਂ ਨੂੰ ਲੈ ਕੇ ਗੁਰਦੁਆਰਿਆਂ 'ਚ ਬਾੜਿਆ। ਚੱਲ ਬਾਣੀ ਤਾਂ ਪੜ੍ਹਨ ਗਈ, ਸਿੱਖ ਤਾਂ ਬਣਦੇ ਨੇ, ਵਿਰੋਧ ਤਾਂ ਨਹੀਂ ਕਰਨਗੇ। ਉਹ ਕਹਿੰਦੇ ਚਲੋ ਪੜ੍ਹੀ ਜਾਣ ਦੇ, ਬਾਣੀ 'ਚ ਪੜ੍ਹਦੇ ਨੇ, ਆਪਾਂ ਕਾਹਤੇ ਹਟਾਉਣਾ। ਫਿਰ ਜੇ ਕਹਿਤਾ ਆਪਾਂ ਨੇ ਸਿੱਖ ਨਹੀਂ ਬਿਲਕੁਲ ਛੱਡ ਦੇਣਗੇ। ਪੜ੍ਹਦੇ ਤਾਂ ਪਹਿਲਾਂ ਵੀ ਸੀ, ਰਾਮ ਰਹਿ ਕੇ ਬਾਣੀਆਂ ਪੜ੍ਹਦੇ ਸੀ, ਸ੍ਰੀ ਚੰਦ ਬਾਣੀਆਂ ਪੜ੍ਹਦੇ ਸੀ। ਉਹਨਾਂ ਦਾ ਇਹ ਸੀ ਵੀ ਇਹ ਪੁੱਲ ਪਲ ਜਾਣਗੇ ਲੋਕ, ਲਾਈਨ ਮਿਟ ਜੂਗੀ, ਹੋਰ ਇਹ ਕੁਛ ਹੋ ਜੂਗਾ। ਅਸਲ ਜਿਹੜੀ ਵਿਚਾਰਧਾਰਾ ਉਹਨਾਂ ਦੀ ਸੀ ਮਿਕਸ, ਹਿੰਦੂਇਜ਼ਮ ਪਲੱਸ ਸਿੱਖੀਜ਼ਮ, ਉਹ ਮਿਕਸ ਦਾ ਹੀ ਪ੍ਰਚਾਰ ਅੱਜ ਹੋ ਰਿਹਾ। ਕੁਛ ਗੱਲਾਂ ਗੁਰਬਾਣੀ ਦੀਆਂ ਨੇ, ਗੁਰਮਤੀਆਂ ਨੇ। ਉਹ ਕੀ ਹੈ, ਭੇਖ ਵਾਲੀ ਉਹ ਗੱਲ ਹੈ ਗੁਰਬਾਣੀ ਦੀ ਤਾਂ ਜ਼ਿਆਦਾ, ਭੇਖ ਵਾਲੀ ਜ਼ਿਆਦਾ ਹੈ। ਬਾਕੀ ਮੂਰਤੀ ਪੂਜਾ ਨਹੀਂ ਕਰਨੀ, ਚਲੋ ਕਹਿੰਦੇ ਨਾ ਕਰੋ, ਪਰ ਫਿਲਾਸਫੀ ਦਾ ਜ਼ਿਆਦਾ ਫਰਕ ਨਾ ਪਾਓ। ਪਾਪ ਨੂੰ ਮੰਨ ਲਓ, ਮੰਨ ਲਿਆ, ਚਾਰ ਪਦਾਰਥ ਮੰਨ ਲਏ ਨਾਲੇ, ਚਾਰੇ ਜੋਗੇ ਨਾਲੇ ਮੰਨ ਲਏ। ਸੀਤਾ ਲਛਮਣ ਵਿਛੜ ਗਏ, ਇਹਨਾਂ ਨਾਲ ਮੰਨਿਆ, ਰਮਾਇਣ ਇਹਨਾਂ ਨਾਲ ਹੀ ਮੰਨਤੀ, ਮਹਾਭਾਰਤ ਇਹਨਾਂ ਨਾਲ ਹੀ ਮੰਨ ਲਈ, ਜਗ੍ਹਾ ਦੇਤੀ ਉਹਨੂੰ। ਠੀਕ ਹੈ, ਹਾਂ ਸਾਰਾ ਮੰਨ ਲਿਆ। ਜੇ ਪ੍ਰਸਾਦ ਤੇਰਾ ਪ੍ਰਤਾਪ, ਜੇ ਪ੍ਰਸਾਦ ਤੇਰਾ ਪ੍ਰਤਾਪ, ਤੇਰੇ ਕੋਲ ਜੋ ਗਿਆਨ ਹੈ, ਬੁੱਧ ਹੈ, ਇਹਦੇ ਇਹੀ ਪ੍ਰਤਾਪ ਹੈ। ਇਹਦੇ ਨਾਲ ਆਈ ਕਿੱਥੋਂ ਹੈ, ਦਿੱਤੀ ਕਿ ਜਦ ਪਹਿਲੀ ਜੂਨ ਤੇ ਤਾਂ ਤੇਰੇ ਕੋਲ ਹੈ ਨਹੀਂ ਸੀ। ਅੱਜ ਇਹਨੇ ਸਿਸਟਮ ਬਣਾਇਆ ਸਾਰਾ, ਇੰਨੀਆਂ ਜੂਨਾਂ ਤੈਨੂੰ ਦਿੱਤੀਆਂ ਨੇ, ਨਾਲ ਰਿਹਾ ਫਿਰ ਤੇਰੇ। ਉਹ ਤਾਂ ਚਲ ਪਰਮੇਸ਼ਰ ਨੇ ਦਿੱਤੀਆਂ, ਇਹ ਸਿਸਟਮ ਬਣਾਇਆ, ਪਰ ਕਾਰਨ ਤਾਂ ਉਹ ਸੀ। ਫਿਰ ਹੁਣ ਉਹ ਬੁੱਧ ਤੈਨੂੰ ਹਰ ਜਨਮ ਦੇ ਵਿੱਚ ਤੇਰੇ ਨਾਲ ਰਿਹਾ, ਅੰਤਰ ਆਤਮਾ ਤੋਂ ਹੀ ਆ ਰਹੀ ਹੈ। ਜੋ ਮਨ ਕੋ ਗਿਆਨ ਆਇਆ, ਕਿੱਥੋਂ ਅੰਦਰੋਂ ਆਇਆ ਹੈ। ਉਹ ਗੱਲ ਪ੍ਰਭ ਨੂੰ ਬਾਰ-ਬਾਰ ਜੋੜ ਪ੍ਰਭ ਤੇ ਹੀ ਦੇ ਰਹੇ ਨੇ, ਪ੍ਰਭ ਤੇ ਹੀ ਦੇ ਰਹੇ। ਤੇਰਾ ਸਿੱਖ ਨੂੰ ਸੰਬੋਧਨ ਕਰਕੇ ਮਨ ਨੂੰ ਹੈ। ਇਹਦਾ ਮਤਲਬ ਹੈ, ਦੇਖੋ, ਸਤਿਗੁਰ ਤੇ ਨਾਮ ਪਾਇਆ ਜਾਏ, ਇੱਕ ਪੰਕਤੀ, ਜਿੰਨਾ ਵੀ ਗਿਆਨ ਬੁੱਧੀ ਨੇ ਪਾਇਆ ਸਤਿਗੁਰ ਦੇ ਥਰੂ ਪਾਇਆ। ਇਹ ਤਾਂ ਅੰਦਰਲੇ ਤੋਂ ਹੀ ਪਾਇਆ। ਡਿਸੀਜ਼ਨ ਅੰਦਰ ਨੇ ਲਿਆ, ਵਟ ਇਜ਼ ਰੌਂਗ ਵਟ ਇਜ਼ ਰਾਈਟ ਦਾ ਜਿਹੜਾ ਡਿਸੀਜ਼ਨ ਅੰਦਰਲਾ ਲੈਂਦਾ, ਗਲਤ ਕੀ ਹੈ ਠੀਕ ਕੀ ਹੈ। ਬੁੱਧੀ ਤਾਂ ਪੇਸ਼ ਹੁੰਦੀ ਉਹਦੇ ਦੋ ਜਾਂ ਤਿੰਨ ਚੀਜ਼ਾਂ ਲੈ ਕੇ, ਇੱਕ ਆਏ ਜੋ ਕਿਹੜਾ ਠੀਕ ਹੈ, ਅੰਦਰਲਾ ਫਿਰ ਦੱਸਦਾ ਵੀ ਆਹ ਠੀਕ ਆ, ਵਿਵੇਕ ਹੈ। ਮਤਲਬ ਅੱਜ ਗੱਲ ਨਿਖੜ ਕੇ ਜਿਹੜੀ ਆਪਾਂ ਕਹਿੰਦੇ ਹਾਂ ਨਾ, ਸੂਦਾ ਪੜਾਓ ਤੇ ਗਣਕਾ ਦਰੀ, ਅੱਜ ਪਤਾ ਲੱਗਦਾ ਵੀ ਕਿਵੇਂ ਪੜਾ ਰਹੀ। ਜਿਵੇਂ ਤੁਸੀਂ ਕਿਹਾ ਵੀ ਬੁੱਧੀ ਮਨ ਨੂੰ ਸਮਝਾ ਰਹੀ ਹੈ ਉਹਦੇ ਤੇ ਸਰੈਂਡਰ ਕਰਨ ਵਾਸਤੇ। ਹਾਂ, ਉਹ ਅੱਜ ਪਤਾ ਲੱਗਦੀ ਵੀ ਸੂਦਾ ਕਿਵੇਂ ਪੜਾਉਂਦੀ ਹੈ, ਬੁੱਧੀ ਪੜਾ ਰਹੀ ਹੈ। ਉਹਨੂੰ ਹੋਰ ਕੌਣ ਦੱਸ ਰਿਹਾ? ਮਾਂ ਦੱਸੂ ਭਾਈ, ਮਾਂ ਦੱਸੂ ਆਪਣੇ ਉਹਦੇ ਬਾਪ ਬਾਰੇ। ਬੱਚਾ ਨੂੰ ਤਾਂ ਪਤਾ ਨਹੀਂ, ਜਦੋਂ ਦਾ ਬਾਪ ਦੀ ਗੈਰ ਹਾਜ਼ਰੀ ਜੰਮਿਆ ਹੋਇਆ, ਉਹਨੇ ਦੇਖਿਆ ਨਹੀਂ। ਹੁਣ ਮਾਂ ਦੱਸੂਗੀ, ਉਹ ਤਾਂ ਮਾਂ ਹੈ। ਤਾਂ ਹੀ ਇਹਨੂੰ ਕਦੇ ਮਾਂ ਕਹਿ ਦਿੰਦੇ ਨੇ, ਕਦੇ ਇਹਨੂੰ ਇਸਤਰੀ ਕਹਿ ਦਿੰਦੇ ਨੇ। ਇਹ ਜਦ ਇੱਕ ਹੋ ਜਾਂਦਾ ਫਿਰ ਇਸਤਰੀ ਹੈ, ਫਿਰ ਬਣ ਜਾਂਦੀ ਹੈ। ਮਨ ਚ ਇੱਕ ਹੋ ਜਾਂਦਾ, ਮਨ ਵੀ ਉੱਧਰ ਚਲਾ ਗਿਆ ਨਾ, ਫਿਰ ਇਹ ਔਰਤ ਬਣਦੀ ਹੈ। ਇਹ ਦਰਿਆ ਉਹ ਕੰਤ ਕਹਾਵਾ, ਅਲਪ ਸੁਖ ਛਾੜ, ਅੰਦਰਲਾ ਪਹਿਲਾਂ ਅਲਪ ਸੁਖਾਂ ਨੂੰ ਚੰਗਾ ਬਣਦਾ। ਅਲਪ ਸੁਖਾਂ ਕਰਕੇ ਅਸਲ ਸਾਰੀ ਸੁਖ ਇਹਨਾਂ ਕਰਕੇ ਸੱਚ ਨੂੰ ਤਿਆਗਦਾ ਰਹਿੰਦਾ ਵੀ ਚੱਲ ਯਾਰ ਕਰ ਲਾਂਗੇ ਇੰਨਾ ਕੁ ਮੰਨ ਲਓ, ਇਹਨਾਂ ਕਲਾਵਾਂ ਨੂੰ। ਉਹ ਜਿਹੜਾ ਪੈਂਡਿੰਗ ਕਰਦਾ ਰਿਹਾ ਫੈਸਲਾ, ਉਹ ਜਦ
ਜਿੱਦਣ ਇਹ ਮਨ ਬਣਾ ਲੈਂਦਾ ਅਲਪ ਸੁੱਖਾਂ ਦਾ ਤਿਆਗ ਕਰ ਦਿੰਦਾ। ਛੱਡੋ ਪਰੇ ਯਾਰ, ਇਹ ਤਾਂ ਫਿਰ ਇਹਨਾਂ ਨੇ ਤਾਂ ਇਹ ਤਾਂ ਮੁੱਕਣੇ ਹੀ ਨਹੀਂ, ਇਹਦਾ ਤਾਂ ਅੰਤ ਹੀ ਨਹੀਂ ਫਿਰ ਇਸ ਗੱਲ ਦਾ। ਪਰਮ ਸੁਖ ਪਾਵੇ ਯਾਰ, ਪਰਮ ਸੁਖ ਪਾਈਏ, ਇਹ ਤੋਂ ਵਧੀਆ ਸੁਖ ਹੈ। ਵਧੀਆ ਛੱਡੀ ਬੈਠਿਆ, ਘਟੀਆ ਲਈ ਬੈਠਿਆ। ਮੈਂ ਤਾਂ ਨਹੀਂ ਕਿਹਾ ਵੀ ਤੂੰ ਕੋਠੀ ਚੋਂ ਬਾਹਰ ਨਿਕਲੇ ਜੰਗਲ ਚਲਿਆ ਜਾ, ਇਹ ਤਾਂ ਕਿਹਾ ਨਹੀਂ। ਅਲਪ ਸੁੱਖਾਂ ਦਾ ਮਨ ਚੋਂ ਤਿਆਗ ਛੱਡਣਾ ਤੇ ਮਗਰ ਨਾ ਭੱਜ, ਐ ਕਿਹਾ ਮਗਰ ਨਾ ਭੱਜ ਅਲਪ ਸੁੱਖਾਂ ਖਾਤਰ। ਇੱਧਰ ਭੁੱਲਣਾ, ਦੂਏ ਪਾਸੇ ਵਿਸਰਨਾ, ਛਾੜ ਪਰਮ ਸੁਖ ਪਾਵਾ। ਪਰਮ ਸੁਖ ਸ਼ਬਦ ਵਿਚਾਰ ਚ, ਸ਼ਬਦ ਵਿਚਾਰ ਵਾਲੇ ਪਾਸੇ ਆ ਗਿਆ, ਰੜਕਣ ਵਾਲੇ ਪਾਸੇ ਆ ਗਿਆ, ਸਾਥ ਸਾਥ ਸਿਮਰੋ ਗੋਬਿੰਦ ਵਾਲੇ ਪਾਸੇ ਆ ਗਿਆ। ਪਰ ਹੱਥ ਪੈਰ ਚਾਹੇ ਕੰਮ ਕਰਦਾ ਰਹੇ, ਕੰਮ ਕਰਦੇ ਵੀ ਨਹੀਂ ਹਟਾਇਆ। ਕਬੀਰ ਹਟਿਆ ਕਿਤੇ, ਕਹਿੰਦਾ ਹੱਥ ਪੈਰ ਨਾ ਕਰੀਏ ਕੰਮ। ਉਹ ਮਨ ਕਰਕੇ ਜਿਹੜੇ ਹੋਰ ਪਲਾਨ ਬਣਾਉਣਾ ਉਹ ਨਾ ਬਣਾ, ਉਹ ਛੱਡ ਦੇ ਬਸ ਗਾਹਾਂ ਦੇ ਕੰਮ ਕਰੀਏ। ਜਿਹੜਾ ਕਰਦਾ ਤੈਨੂੰ ਕੋਈ ਹਟਾਉਂਦਾ? ਇੱਕ ਆਦਮੀ ਜੁੱਤੀ ਬਣਾ ਕੇ ਰੋਟੀ ਖਾ ਰਿਹਾ ਹੈ, ਕਿੰਨੀ ਰੋਜ਼ ਕਮਾਈ ਹੈ ਬਈ ਜੁੱਤੀ, ਦਿਹਾੜੀ ਚ ਜੁੱਤੀ ਬਣਦੀ ਹੋਊਗੀ। ਉਹ ਰੋਟੀ ਉਹ ਵੀ ਆਟਾ ਲੂਣ ਹੀ ਮਿਲਦਾ ਸੀ, ਹੋਰ ਤਾਂ ਕੋਈ ਤਰਕਾਰੀ ਮਿਲਦੀ ਸੀ ਨਾਲ। ਆਟਾ ਮਿਲ ਗਿਆ ਥੋੜਾ, ਵਿੱਚ ਲੂਣ ਪੈ ਗਿਆ। ਹਕੀਕਤ ਹੈ, ਸੱਚ ਬੋਲਿਆ ਜਾਇਆ ਹੈ ਆਟੇ ਲੂਣ ਜੋ ਸੋਨ ਸਮਾਨ ਸਰੀਰ। ਇਹੀ ਕੁਛ ਸੀ। ਜੇ ਪਰੌਠੇ ਹੁੰਦੇ ਪਰੌਠੇ ਵੀ ਕਹਿੰਦਾ ਝੂਠ ਨਹੀਂ ਸੀ ਬੋਲਦਾ, ਕੀ ਲੋੜ ਸੀ ਝੂਠ ਬੋਲਣ ਦੀ? ਉਹ ਹੁਣ ਇੰਨੇ ਪਦਾਰਥ ਨੇ, ਹੁਣ ਕਿਹੜਾ ਸੌਦਾ ਸਸਤਾ ਹੈ ਬਈ ਅਸੀਂ ਫੇਰ ਕਿਹੜਾ ਕਹਿਤਾ ਵੀ ਜ਼ਿਆਦਾ ਪਦਾਰਥ ਨੇ ਹੁਣ ਤੁਸੀਂ ਲਾਪਰਵਾਹੀ ਕਰ ਦੋ ਨਾਮ ਦੀ। ਇਹ ਤਾਂ ਸਾਰਾ ਹੀ ਕੌਡੀ ਹੈ। ਆਟੇ ਲੂਣ ਤੋਂ ਲੈ ਕੇ ਜਿੰਨੇ ਵੀ ਪਦਾਰਥ ਨੇ ਸਭ ਕੌਡੀ ਉਹ ਹੈ। ਕੌਡੀ ਬਦਲੇ ਜਾਏ ਕਹਿਤਾ। ਉਹਨੂੰ ਕਹਿ ਰਹੀ ਹੈ ਵੀ ਤੂੰ ਹੀ ਕਰਦਾ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਆ ਜਿਹੜੀ ਮਾੜੀ ਮੋਟੀ ਅਕਲ ਹੈ ਮੇਰੇ ਕੋਲ, ਜਿਹੜੀ ਮੈਂ ਤੈਨੂੰ ਦੇ ਰਿਹਾ, ਉਹਦੇ ਕਿਰਪਾ ਨਾਲ ਇਹ ਹੈ। ਤੇਰੇ ਨਾਲ ਲੱਗਿਆ ਫਲਾਣੇ ਦਾ ਮੁੰਡਾ ਜੰਮਦੇ ਦਾ ਹੀ ਰਾਜਾ ਨਾਂ ਲੱਗ ਗਿਆ ਵੀ ਇਹ ਰਾਜਾ ਹੈ ਜੀ। ਇਹ ਰਾਜੇ ਦੇ ਘਰ ਜੰਮੇ, ਜੰਮਦੇ ਦੇ ਪ੍ਰਤਾਪ ਹੋ ਗਿਆ, ਹੋ ਰਹੀ ਗਿਆ ਭਾਈ। ਛੋਟੇ ਨਿਆਣੇ ਦਾ ਹੀ ਉਹ ਨਵੀਂ ਦਾ ਰਾਜਾ ਹੈ, ਤਾਂ ਜੰਮਦਾ ਹੀ ਰਾਜਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਉਹ ਜਿਹੜਾ ਚੌਥੇ ਪਾਤਸ਼ਾਹ ਦੇ ਘਰ ਜਨਮ ਲਿਆ ਜੰਮਦਾ ਹੀ ਰਾਜਾ ਹੈ। ਤਾਂ ਨਾਨਕ ਦੇ ਜੰਮਿਆ ਜੰਮਦਾ ਹੀ ਰਾਜਾ ਸੀ। ਅੱਜ ਵੀ ਹਾਂ ਸ੍ਰੀ ਚੰਦ ਰਾਜਾ ਹੀ ਹੈ, ਨਾਨਕ ਗੁਰੂ ਹੈ। ਰਾਜੇ ਤਾਂ ਕੇ ਚੇਲੇ ਬਣ ਗਏ। ਦੁਨੀਆ ਵਾਸਤੇ ਸ੍ਰੀ ਚੰਦ ਦੀ ਬਹੁਤ ਇੱਜ਼ਤ ਹੈ। ਦੁਨੀਆ ਦੇ ਲੋਕਾਂ ਵਾਸਤੇ ਸ੍ਰੀ ਚੰਦ ਇੱਕ ਛੋਟਾ ਜਿਹਾ ਬੱਚਾ ਹੈ। ਸਾਰੇ ਹਿੰਦੁਸਤਾਨ ਦੇ ਸਿੱਧਾ ਨੇ ਮੰਨ ਲਿਆ ਵੀ ਜੇ ਇਹ ਮੁੰਡਾ ਸਾਨੂੰ ਦੇ ਦੋ ਅਸੀਂ ਇਹਦੇ ਚੇਲੇ ਬਣ ਜਾਂਦੇ ਆ। ਕਿਉਂਕਿ ਕੀ ਗੁਣ ਸੀ ਸਿਰਫ ਨਾਨਕ ਦੇ ਕਰਕੇ, ਸਿਰਫ ਨਾਨਕ ਦਾ ਮੁੰਡਾ ਤਾਂ ਕਰਕੇ। ਨਾਨਕ ਤੋਂ ਖਤਰਾ ਸੀ। ਕਿੰਨਾ ਖਤਰਾ ਸੀ ਹੁਣ ਇਹਦਾ ਅੰਦਾਜ਼ਾ ਲਾ ਲਓ। ਜਿਹੜਾ ਉਹਨੂੰ ਗੁਰੂ ਬਣਾ ਦੂਏ ਨੂੰ ਗੁਰੂ ਨਹੀਂ ਮੰਨਦਾ। ਕਿੰਨਾ ਕੁਛ ਗੁਰੂ ਖਤਰਾ ਕਰਦੇ ਨੇ ਹੁਣ ਲੋਕ। ਪਰ ਉਹਨਾਂ ਨੇ ਕਿਹਾ ਕਿਸੇ ਨੇ ਵੀ ਨਹੀਂ ਬਚਣਾ, ਜੋਗਵਤ ਖਤਮ ਕਰ ਦੂਗਾ ਨਾਨਕ। ਪਹਿਲਾਂ ਭਗਤਾਂ ਤੋਂ ਤਾਂ ਬਚ ਗਏ, ਹੁਣ ਨਹੀਂ ਬਚ ਸਕਦੇ। ਪਹਿਲਾਂ ਅੱਗ ਲੱਗੀ ਸੀ, ਦੁਬਾਰਾ ਫੇਰ ਲਾਤੀ। ਤਾਂ ਮਸਾਂ ਜੋ ਬੁਝੀ ਬਣੀ ਸੀ, ਸੁਲਗਦੀ ਸੀ ਅੰਦਰ, ਸਭ ਦੇ ਸੁਲਗਦੀ ਸੀ। ਇਹਨੇ ਫੇਰ ਬੁਝਾਤਾ ਪਾਪੜ। ਪ੍ਰਗਟ ਨਹੀਂ ਸੀ, ਸੁਲਗਦੀ ਦਾ ਸੀ। ਗੁਰਦਾਨ ਕਹਿ ਨਹੀਂ ਗਏ ਤੀ ਮਾਰ ਪਈ ਕੁਰਲਾਣੇ। ਉਹਨਾਂ ਦਾ ਘਰ ਹੈ ਜੋ ਬੁਝਾ ਕੇ, ਜੋ ਤਾਂ ਧੂੰਆਂ ਹੀ ਨਿਕਲਦਾ ਦਾ ਘਰਾਂ ਚੋਂ। ਬਰਤਨਾਂ ਨੂੰ ਹੱਥ ਨਹੀਂ, ਗਰਮੇ ਪਏ ਤੇ ਤਾਂ ਹੋਰ ਮੈਨੂੰ ਪੈਟਰੋਲ ਦੇ ਪੀਪੇ ਛੜਕ ਨੂੰ ਦੇ ਤੇ ਵੀ ਲਾ ਦਿੱਤੀ। ਤੈਂ ਕੀ ਦਰਦ ਨਾ ਆਇਆ?
मतलब की हालत सी इमेजिन करो उस वेले उन्हां दी तरसयोग हालत सी। गुरु नानक कहंदा तरसयोग हालत सी उन्हां दी सारियां दी। असली हिस्ट्री भी हुण निखर के सामने आ रही है। हाँ एक्चुअली जड़ी हैगी जो है ही हिस्ट्री है सो बोले जो पेखे आंखी लोकी देखते थे ਉਹੀ ਸੀ हिस्ट्री ਹੋਈ ਆ ਸਾਰੀ ਹੋਰ ਕੀ ਹੈ। ਜਿਹੜੇ ਕਹਿੰਦੇ ਸੀ ਗੁਰਬਾਣੀ ਅਨੁਸਾਰ ਹਿਸਟਰੀ ਸੋਧੋ ਉਹ ਗੁਰਬਾਣੀ ਦੀ ਹਿਸਟਰੀ ਉਹ ਦੱਸ ਦਿੰਦੇ ਅਸੀਂ ਵਿਆਹ ਜਿਹੜੀ ਸਾਨੂੰ ਮਤਲਬ ਅਸੀਂ ਦੱਸ ਦਿੰਦੇ ਆ ਅਸੀਂ ਬਾਕੀ ਦੇ ਕੀ ਲੈਣਾ। ਮਨ ਦੇਖੋ ਸਾਖਤ ਆਪਣੀ ਹਿਸਟਰੀ ਆਪ ਲੱਭ ਲੈਣ ਸਾਡੀ ਗੁਰਮੁਖਾਣੀ ਆ ਹੈ ਅਸੀਂ ਤਾਂ ਗੁਰੂ ਘਰ ਵਾਲੀ ਉਹ ਦੇਖਣ। ਹਾਂ ਰੇਮਨ ਮੂਡ ਤੁਤਾ ਕੋ ਜਾ ਰੇਮਨ ਮੂਡ ਤੇ ਮਨ ਨੂੰ ਸੰਬੋਧਨ ਸਿੱਧਾ ਕੀਤਾ ਪਰ ਮੂਡ ਵੀ ਕਿਹਾ ਹੈ ਮੂਰਖਾਂ ਨੂੰ ਇਹ ਅਸਲ ਚ ਤੂੰ ਸਭ ਤੋਂ ਪਹਿਲਾਂ ਮਨ ਭੱਜਦਾ ਹੈ ਜਿਹਦਾ ਪ੍ਰਤਾਪ ਹੈ। ਹਾਂ ਜਿਹਦਾ ਪ੍ਰਤਾਪ ਹੈ ਉਹਨੂੰ ਸੰਬੋਧਨ ਜਿਹੜਾ ਲਾਪਰਵਾਹੀ ਕਰ ਰਿਹਾ ਹੈ ਲਾਪਰਵਾਹੀ ਕਰ ਰਿਹਾ ਯਾਰ ਤੂੰ ਮਨ ਤਾਂ ਆਪਣਾ ਵੀ ਕਹਿ ਰਹੀ ਹੈ ਉਹਦਾ ਵੀ ਤਾਂ ਆਪਣਾ ਵੀ ਤਾਂ ਮਨ ਹੈ। ਜੇ ਬੁੱਧੀ ਦਾ ਮਨ ਹੈ ਜਿੱਤ ਦਾ ਮਨ ਹੈ ਕੋਈ ਹੈ ਦੋਨੋਂ ਮਨ ਇੱਕ ਹੈ ਦੋ ਨੇ ਉਹ ਆਪਣੇ ਮਨ ਨੂੰ ਮਨਾ ਰਹੀ ਹੈ। ਉਹ ਪਿਤਾ ਮਾਤਾ ਤਾਂ ਇੱਕੋ ਨੇ ਕਹਿਣ ਸੁਣਨ ਕੋ ਦੂਜਾ ਹੁਣ ਇੱਥੇ ਮਾਤਾ ਪਿਤਾ ਦੋ ਨਹੀਂ ਹਨ ਇੱਕੋ ਹੈ ਕਹਿਣ ਕੋ ਦੂਜਾ ਕਹਿਣ ਸੁਣਨ ਕੋ ਦੂਜਾ। ਰੇਮਨ ਮੂਡ ਤੋਂ ਤਾਕੋ ਜਾਪ ਰੇਮਨ ਮੂਡ ਤੋਂ ਤਾਕੋ ਜਾਪ ਉਹਨੂੰ ਸਮਝ ਜਾਣ ਜਿਹੇ ਪ੍ਰਸਾਦ ਉਹਦੇ ਕਾਰਜ ਪੂਰੇ ਜਾਪ ਦਾ ਅਰਥ ਹੁੰਦਾ ਉਹਨੂੰ ਦੇਖ ਉਹਨੂੰ ਸਮਝ ਉਹਦਾ ਦਰਸ਼ਨ ਕਰ ਸਮਝੇ ਦਰਸ਼ਨ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਆੜਾ ਕਾਰਜ ਹੈ ਨਾ ਆਪਣਾ ਵਿਚਾਲੇ ਉਹਦੀ ਕਿਰਪਾ ਨਾਲ ਪੂਰਾ ਹੋਣਾ। ਹੁਣ ਤੱਕ ਜਿਹੜੇ ਕਾਰਜ ਹੁਣ ਤੱਕ ਪੂਰਾ ਹੋਇਆ ਉਹਦੀ ਕਿਰਪਾ ਨਾਲ ਹੋਇਆ ਉਹ ਕੀ ਹੈ ਮਨੁੱਖਾ ਜਨ ਨੂੰ ਮਿਲ ਗਿਆ। ਮਨੁੱਖਾ ਜਨ ਨੂੰ ਮਿਲ ਗਿਆ ਪਿਛਲਾ ਕਾਰਜ ਸੀ ਇਹ ਜਦ ਮਨੁੱਖਾ ਜਨ ਨੂੰ ਮਿਲੂਗਾ ਇਹ ਤੇਰਾ ਅਵਸਰ ਹੈ ਤੇਰੀ ਵਾਰੀ ਆ ਗਈ ਹੁਣ ਤਾਂ ਤੇਰੇ ਵੱਸ ਦੀ ਗੱਲ ਹੈ ਭਾਵੇਂ ਜੀਤ ਭਾਵੇਂ ਹਾਰ। ਅਤੇ ਕਾਰਜ ਬਹੁਤ ਵਚਨ ਆ ਰਹੇ ਕਾਰਜ ਪੂਰੇ ਹੋਣ ਵਾਸਤੇ ਵੀ ਹੁਣ ਤੇਰੀ ਮਰਜ਼ੀ ਨਾਲ ਨਹੀਂ ਹੋਣਾ ਜਿਹੜੇ ਰਾਹ ਤੂੰ ਚੱਲਦਾ ਹੈ। ਕਾਰਜ ਪੂਰਾ ਪਹਿਲਾਂ ਕਿਵੇਂ ਹੋਇਆ ਤੂੰ ਰਿਹਾ ਉਹਦੇ ਨਾਲ ਇੱਥੇ ਤੱਕ ਸਾਰੀਆਂ ਜੂਨਾਂ ਭਾਣੇ ਚ ਗੁਰ ਕੇ ਭਾਣੇ ਚ ਤਾਂ ਇੱਥੇ ਤੱਕ ਆ ਗਿਆ ਇੱਥੋਂ ਥੱਲੇ ਡਿੱਪੇਗਾ। ਹੁਣ ਪਾਸਟ ਵਾਲੇ ਕੰਮ ਕਾਰਜ ਪੂਰੇ ਹੁੰਦੇ ਆਏ ਨੇ ਤੇਰੇ ਵਜ੍ਹਾ ਨਾਲ ਤੂੰ ਉਹਦੇ ਸਰੈਂਡਰ ਚੱਲਿਆ ਤਾਂ ਹੁੰਦੇ ਆਏ ਨੇ। ਇੱਕੋ ਜਨਮ ਹੋਣਾ ਹਰ ਜੂਨ ਦੇ ਵਿੱਚ ਚਾਹੇ 1 ਘੰਟੇ ਵਾਸਤੇ ਹੋ ਜਾਵੇ ਹੁਕਮ ਨਾਲ ਕੋਸ਼ੜੀ ਪਿਆ ਹੁਕਮ ਨਾਲ ਕੱਢਤਾ ਦੁਬਾਰਾ ਨਹੀਂ ਪਾਉਂਦੇ ਜਿੱਥੋਂ ਕੱਢਤਾ ਉਹਨੂੰ ਮਾਫੀ ਹੈ ਤਾਂ ਹੀ ਤਾਂ ਕੋਈ ਨਵਾਬ ਨਹੀਂ ਉਹਦਾ ਮਾਰਦੇ ਨੇ ਕੱਛਾਂ ਜਿਹੜੇ ਛੇਤੀ ਜਾਂਦੇ ਨੇ ਪਿੰਡ ਵਿੱਚ ਬੈਠੇ ਨਕੋੜੀ ਕਹਿੰਦੇ ਕੱਲ ਆਏ ਤੇ ਪਰਸੋਂ ਆਏ ਤੇ ਚੱਲੇ ਅਸੀਂ ਬੈਠੋ ਤੁਸੀਂ ਹੋਰ 4 ਸਾਲ ਬਰੈਲਰ ਤਾਂ ਮਾਰਦੇ ਨੇ ਛਾਲਾ ਹੁਣ ਤੁਸੀਂ ਬੈਠੋ ਅਸੀਂ ਚੱਲੇ ਅਸੀਂ 4-5 ਕੋੜੀਆਂ ਜਾਂ ਪਿੱਛੋਂ ਆ ਕੇ ਅੱਗੇ ਨਿਕਲ ਗਏ ਪਿੱਛੋਂ ਆ ਕੇ ਅੱਗੇ ਨਿਕਲ ਜਾਂਦੇ ਨੇ। ਇਹ ਵੀ ਆਖਰ ਨਾ ਜਾ ਵੀ ਕਿਸੇ ਆਣੇ ਰਾਸ ਤੁਸੀਂ ਕਹਿੰਦੇ ਹੋ ਹੈ ਹੁਕਮ ਕਿਹਨੂੰ ਰਾਸ ਆ ਜਾਵੇ ਆ ਜਿਹੜਾ ਛੋਟਾ ਹੀ ਮਾਰਦਾ ਉਹਨੂੰ ਰਾਸ ਆ ਗਿਆ ਸਮਾਂ ਉਹਦਾ ਕਿਹਾ ਗਾਂ ਇੱਕ ਵੱਡਾ ਥੱਲੇ ਉਸੇ ਕੋਠੜੀ ਚ ਕੀ ਉਹਨੇ ਉਸ ਸਰੀਰ ਤੋਂ ਗਿਆਨ ਲੈਣਾ ਸੀ ਗਿਆਨ ਪੂਰਾ ਹੋ ਗਿਆ ਤਾਂ ਕਿ ਗਿਆ ਕਿ ਗਿਆਨ ਹੈ ਹੀ ਨਹੀਂ ਥੱਲੇ ਥੱਲੇ ਦਾ ਕੀ ਹੈ ਥੱਲੇ ਬੁੱਧੀ ਡਿਵੈਲਪਮੈਂਟ ਹੈ ਕਾਢਤਾ ਹੈ ਉਹਨੂੰ ਪਤਾ ਲੱਗ ਗਿਆ ਵਾ ਜਾਨਵਰਾਂ ਦੀ ਜਿੰਨੀ ਅਕਲ ਹੁੰਦੀ ਆ ਜਾਂਦੀ ਉਹਨਾਂ ਨੂੰ। ਛੋਟੀਆਂ ਕਲਾਸਾਂ 2 ਵੀ ਹੋ ਜਾਂਦੀਆਂ ਇਕੱਠੀਆਂ ਆਹੋ ਹੋਰ ਹੀ ਕੋਈ ਰੌਲਾ। ਜਾਨਵਰਾਂ 'ਚ ਵੀ ਕਈ ਵੈਰਾਈਟੀਆਂ ਨੇ ਫਿਰ ਉਸੇ ਕਿਸਮ ਦੇ ਜਾਨਵਰ ਹੋਰ ਵੀ ਨੇ ਜਿਵੇਂ ਬੱਕਰੇ ਸਾਡੇ ਇੱਥੇ ਵੀ ਨੇ ਜੰਗਲੀ ਵੀ ਨੇ
ਉਹਨਾਂ 'ਚ ਕਈ ਵੈਰਾਈਟੀਆਂ ਨੇ, ਭੇਡਾਂ ਵੀ ਨੇ, ਬੱਕਰੀਆਂ ਵੀ ਨੇ, ਇਹ ਹਿਰਨ ਵੀ ਨੇ, ਇਹ ਨਾਲ ਦੇ ਹੈਗੇ ਨੇ ਹੋਰ। ਚਲੋ ਉਹ ਤਾਂ ਕੀ ਲੈਣਾ ਉੱਥੇ, ਇੱਧਰ ਨੂੰ ਜਾਣਾ ਨਹੀਂ ਚਾਹੀਦਾ ਅਸਲ 'ਚ। ਹਾਂ ਜੇ ਇੱਧਰ ਨਹੀਂ ਮੈਂ ਵੀ ਨਾ ਜਾਂਦਾ ਤਾਂ ਚੰਗਾ ਸੀ, ਕਿ ਮੈਂ ਜਾਂਦਾ ਨਹੀਂ, ਇਹਨੂੰ ਜਾਣ ਲੱਗ ਜਾਈਏ ਫਿਰ ਗਾਹਾਂ ਸਵਾਲ ਖੜੇ ਹੋਣ ਲੱਗ ਜਾਂਦੇ ਬੇਮਤਲਬ। ਉਹਨਾਂ ਦਾ ਨਕਸ਼ਾ ਜਿਹਾ ਬਣ ਗਿਆ ਸੀ, ਬਸ ਉਹਨਾਂ ਨੂੰ ਬਣ ਗਿਆ। ਹਾਂ ਬਸ ਟੂ ਦੀ ਪੁਆਇੰਟ ਰੱਖ ਕੇ ਉੱਤੇ ਪਿੱਛੇ ਆ ਜਾਵੇ, ਮਾਇਆ ਸਾਡਾ ਵਿਸ਼ਾ ਨਹੀਂ ਹੈਗਾ। ਜੇ ਪ੍ਰਸਾਦ ਤੂੰ ਪਾਵੇਂ ਸਾਚ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ। ਕਾਰਜ ਪੂਰੇ ਕਿਹਨੇ ਸੱਚ ਜਿੱਦਾਂ ਪ੍ਰਾਪਤੀ ਹੋ ਕਾਰਜ ਪੂਰਾ ਜ਼ਿਆਦਾ ਹੈ। ਸੱਚ ਦੀ ਪ੍ਰਾਪਤੀ ਹੋ ਜੂਗੀ ਤਾਂ ਕਾਰਜ ਪੂਰਾ ਹੋ ਜੂਗਾ। ਜੇ ਪ੍ਰਸਾਦ ਤੋਂ ਭਾਵੇਂ ਸਾਚ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਕੀ ਪੂਰੇ? ਜੇ ਪ੍ਰਸਾਦ ਤੋਂ ਭਾਵੇਂ ਸਾਚ। ਸੱਚ ਕਿਵੇਂ ਮਿਲੂਗਾ? ਸੱਚ ਮਿਲਿਆ ਸੰਤੋਖੀਆਂ, ਫਿਰ ਮਨ ਨੂੰ ਸੰਤੋਖੀ ਹੋਣਾ ਪਊਗਾ। ਗੱਲ ਤਾਂ ਉੱਥੇ ਆ ਗਈ। ਫਿਰ ਵੀ ਇਹ ਸੰਤੋਖੀ ਹੋਣ ਨੂੰ ਨਹੀਂ ਕਿਹਾ, ਕਾਰਜ ਪੂਰੇ ਕਹਿ ਕੇ ਸੱਚ ਦੀ ਪ੍ਰਾਪਤੀ ਦੀ ਗੱਲ ਕਰ। ਸੰਤੋਖ ਦੀ ਪ੍ਰਾਪਤੀ, ਸੰਤੋਖ ਦੀ ਪ੍ਰਾਪਤੀ ਕਾਰਜ ਪੂਰੇ ਹੈ, ਪਰ ਉਹਦੇ ਵਾਸਤੇ ਮਨ ਨੂੰ ਜਿਹੜਾ ਤਿਆਗ ਕਰਨਾ ਪਊਗਾ ਮਾਇਆ ਦਾ। ਆਪਣੀ ਮਾਇਆ ਕਿੱਥੋਂ? ਮਾਇਆ ਉਹਦੀ ਮਰਜ਼ੀ ਨਾਲ ਐਂਟਰ ਹੁੰਦੀ ਹੈ, ਮਨ ਦੀ ਮਰਜ਼ੀ ਨਾਲ ਹਿਰਦੇ 'ਚ ਮਾਇਆ। ਮਨ ਦੀ ਇੱਛਾ ਨਾਲ ਪਰ ਐਂਟਰ ਹੁੰਦੀ ਹੈ ਅੰਦਰ, ਇੱਛਾ ਨਾ ਦੀ ਹੋਵੇ ਐਂਟਰ ਨਹੀਂ ਹੋ ਸਕਦੀ ਅੰਦਰ। ਜਦ ਹੁਣ ਸਾਡੇ ਬਾਰਡਰ ਤੇ ਹੀ ਰਲੇ ਹੋਣਗੇ ਜਾਂ ਨਾਕੇ ਦੇ ਪੁਲਿਸ ਵਾਲੇ ਹੀ ਰਲੇ ਹੋਣਗੇ, ਬੰਦਾ ਉਹਨਾਂ ਦਾ ਉਹ ਤਾਂ ਦੇਖ ਕੇ ਵੀ ਉਹਨੂੰ ਛੱਡ ਦੇਣਗੇ ਜੇ ਗਲਤ ਚੀਜ਼ ਹੋਊ ਉਹਦੇ ਕੋਲ। ਜਾਂ ਪੁਲਿਸ ਦਾ ਹੀ ਆਦਮੀ ਹੋਊ, ਪੁਲਿਸ ਕਰਦੀ ਹੋਊ ਕੁਛ। ਜਿਵੇਂ ਰੌਲਾ ਪਿਆ ਸੀ ਨਾ, 4 ਬੇਟੀਆਂ ਆਈਆਂ ਸੀ ਇੱਥੇ ਹਵਾਈ ਅੱਡੇ, ਉਹਦੇ ਸੀਗੇ ਰਾਊਂਡ ਬੁਲਟ ਚੱਲਣ ਵਾਲੇ, ਬਾਹਰੋਂ ਆਈਆਂ ਸੀ, ਪੇਟੀ ਗਈ ਫੁੱਟ, ਰੌਂਦ ਗਈ ਬਾਹਰ। ਉਦੋਂ ਫਿਰ ਉਹਨਾਂ ਨੇ ਫੋਨ ਕਰਤਾ, ਮਾਲ ਸੀ ਸਰਕਾਰ ਦਾ, ਅਤਵਾਰ ਤੇ ਫਲਾਉਣ ਤੋਂ ਪਹਿਲਾਂ ਦੀ ਗੱਲ ਹੈ। ਬੂਟਾ ਸਿੰਘ ਦਾ ਨਾਮ ਲਿਆ ਆਇਆ ਅਖਬਾਰਾਂ 'ਚ, ਇਹ ਕਹਿੰਦਾ ਮੈਂ ਆਇਆ, ਜਦ ਗਿਆ ਪਤਾ ਹੀ ਲੱਗਣਾ ਤਾਂ ਕੀ ਮਾਲ ਸੀ, ਕਿੱਥੋਂ ਆਇਆ ਸੀ, ਕਿੱਥੋਂ ਨਹੀਂ ਆਇਆ ਸੀ। ਉਹ ਬੰਗਲਾਦੇਸ਼ ਨੂੰ ਜਦ ਜਾਂਦਾ ਸੀ ਨਾ ਕਰਨਾ, ਇਹਨਾਂ ਨੂੰ ਸਭ ਕੁਝ ਕਰਨਾ ਪੈਂਦਾ ਸਰਕਾਰਾਂ ਨੂੰ। ਚਲੋ ਛੱਡੋ ਪਰੇ, ਕਹਿਣ ਦਾ ਮਤਲਬ ਇਹ ਹੈ ਜੇ ਖੁਦੇ ਚਾਹੁੰਦਾ ਹੋਵੇ ਮਨ ਵੀ ਅੰਦਰ ਐਂਟਰ ਹੋ ਜਵੇ ਸਾਡੇ ਹਿਰਦੇ 'ਚ ਕੁਛ ਗਲਤ ਚੀਜ਼, ਤਾਂ ਰੋਕੂ ਕੌਣ? ਬੜੇ ਦੇਖੇ ਉਪਜੇ ਨਹੀਂ ਆਸਾ, ਨਹੀਂ ਰੋਕੂ ਕੌਣ? ਮਨੇ ਚਾਹੁੰਦਾ ਹੈ, ਕਦੇ ਚਾਹੁੰਦਾ ਇਹੀ ਦੇਖਦਾ ਇਹਦੀ ਮੈਨੂੰ ਲੋੜ ਹੈ, ਆਊਏ ਫਿਰ। ਮਾਇਆ ਦੇ ਪਦਾਰਥਾਂ ਨੂੰ ਇਹੀ ਦੇਖਦਾ। ਸ਼ਹਿਰ ਦੇ ਵਿੱਚ ਰਾਜਾ ਹੀ ਚਾਹੁੰਦਾ ਹੈ ਵੀ ਰੋਜ਼ਮੰਦ ਮਤਲਬ ਸ਼ਰਾਬ ਆਪ ਪੀਂਦਾ, ਉਹਨੂੰ ਮਹਿਫਲ ਵੀ ਚਾਹੀਦਾ, ਫਿਰ ਉਹ ਤਾਂ ਠੇਕਾ ਰੱਖੂਗਾ, ਉਹ ਕਦੇ ਚੁਕਾਊਗਾ? ਉਹ ਤਾਂ ਠੇਕੇ ਰੱਖੂਗਾ ਸਾਰੇ ਸ਼ਹਿਰ 'ਚ, ਉਹ ਕਦੇ ਚੁਕਾਊਗਾ? ਭਾਈ ਰਾਜਾ ਹੀ ਖੁਦ ਚਾਹੁੰਦਾ ਜਦ। ਇਸ ਕਰਕੇ ਜਿਹੜਾ ਮਨ ਹੈ, ਮਨ ਚਿੱਤ ਉੱਤੇ ਹਾਵੀ ਹੈ ਉਦੋਂ ਤੱਕ। ਬੁੱਧੀ ਮਨਮੁਖੀ ਹੈ, ਜਿੰਨਾ ਚਿਰ ਮਨ ਹਾਵੀ ਹੈ ਉਹਨਾਂ ਚਿਰ ਸੰਤੋਖੀ ਨਹੀਂ ਹੈ। ਜਿੰਨਾ ਚਿਰ ਸੰਤੋਖੀ ਹੈ ਉਹਨਾਂ ਚਿਰ ਮਤਲਬ ਹਾਵੀ ਹੈ, ਨਾ ਨਹੀਂ ਹੈ ਸੰਤੋਖੀ ਉਹਨਾਂ ਚਿਰ ਹਾਵੀ ਹੈ। ਮਵਾਸੀ ਰਾਜਾ ਜਿੰਨਾ ਚਿਰ ਮਵਾਸੀ ਹੈ ਉਹਨਾਂ ਚਿਰ, ਗੜ ਤੇ ਕਬਜ਼ਾ ਹੀ ਉਹਦਾ, ਗੜ ਤੇ ਕਬਜ਼ਾ ਹੀ ਉਹਦਾ। ਹੁਣ ਸਰਕਾਰ ਹੈ ਬਥੇਰਾ ਕੋਸ਼ਿਸ਼ ਕਰਦੀ ਹੈ, ਪੁਲਿਸ ਨਸ਼ਿਆਂ ਨੇ ਹਟਦੇ ਨੇ, ਤਸਕਰ ਫੇਰ ਵੀ ਨਹੀਂ ਹਟਦੇ। ਮਿਲੀ ਭੁਗਤ ਕਰਨ, ਕਿਤੇ ਕੁਛ ਕਰਨ, ਚੋਰੀ ਜੋ ਵੀ ਕੁਛ ਕਰਨ, ਇਹਨਾਂ ਨੇ ਆਪਣਾ ਢੰਗ ਤਰੀਕਾ ਵਰਤਣਾ, ਉਹਨਾਂ ਨੇ ਆਪਣਾ ਵਰਤਣਾ। ਕੀ ਕਰੇ ਸਰਕਾਰ? ਚੱਲੀ ਜਾਂਦਾ। ਅਸਲ ਇਹਨੂੰ ਸਮਝ ਆਈ ਹੈ ਇੱਥੇ ਬੁੱਧੀ ਨੂੰ, ਇਹ ਹੁਣ ਮਨਾ ਰਹੀ ਹੈ ਦਲੀਲਾਂ ਦੇ ਕੇ। ਹਾਂ ਜੇ ਪ੍ਰਸਾਦ ਕਹਿ ਕੇ ਜੇ ਪ੍ਰਸਾਦ ਹਾਂ ਹਾਂ ਕੀ ਕਰੇ?
ਪ੍ਰਸਾਦ ਦਾ ਮਤਲਬ ਇਹ ਆ ਰਿਹਾ ਵੀ ਉਹਦੀ ਸਹਾਇਤਾ ਨਾਲੇ ਤੇਰੇ ਕਾਰਜ ਪੂਰੇ ਹੁੰਦੇ ਆ ਰਹੇ ਨੇ, ਉਹਦੀ ਵਜ੍ਹਾ ਕਰਕੇ ਹੁੰਦੇ ਆ ਰਹੇ ਨੇ, ਇਹੀ ਆਇਆ ਪ੍ਰਸਾਦ ਦੇ ਅਰਥ। ਅਸਲ ਦੇ ਵਿੱਚ ਗੱਲ ਕੀ ਹੈ, ਉਹ ਕਿਰਪਾ ਸਾਰੀ ਉਹਦੀ ਹੈ, ਲਾਚਾਰ ਉਹ ਆ ਬੈਠਾ ਕੌਣ? ਜਿੱਥੇ ਉਹਨੇ ਸਾਰੇ ਨਹੀਂ ਮੈਨੂੰ ਪਤਾ ਹੈ, ਮੈਂ ਸਮਝ ਗਿਆ ਜਿਹੜਾ ਸਵਾਲ ਹੋਣਾ ਹੀ ਸੀ। ਅਸਲ 'ਚ ਮਨ ਔਰ ਬੁੱਧੀ ਤਾਂ ਮੰਨੇ ਨਾ, ਚਿੱਤ ਔਰ ਬੁੱਧੀ ਮੰਨੇ ਨੇ, ਮਨ ਨਹੀਂ ਮੰਨੇ। ਮਨ ਥੋੜ੍ਹੀ ਜਿਹੀ ਚਿੱਤ ਬੁੱਧੀ ਮੰਨਦਾ ਹੀ ਕਹਿੰਦਾ ਉਹ ਭਾਗੀ ਹੋ ਚੁੱਕੀ ਹੈ ਮਨ ਤੋਂ। ਨਹੀਂ ਉਹ ਦੋਏ ਮੰਨੇ, ਉਹਨਾਂ ਦੀ ਰਾਏ ਵੀ ਹੁਣ ਛੱਡ ਦੇਣਾ ਚਾਹੀਦਾ। ਸਾਬੇ ਬਦਲਾ ਹੁਣ ਬੋਲਿਆ ਆ ਵੀ ਛੱਡੋ ਪਰੇ, ਆ ਛੱਡ ਦੇਣਾ ਚਾਹੀਦਾ। ਫਿਰ ਕਿਤੇ ਮਨ ਸ਼ਰਤ ਕਰਨਾ ਹੋਵੇ ਨਹੀਂ ਆਏ ਕੱਲ ਉਹ ਫਿਰ ਇਕੱਲਾ ਹੀ ਪੈ ਜਾਂਦਾ। ਹਾਂ ਵੋਟ ਦਾ ਤੇ ਮਨ ਦੇ ਖਿਲਾਫ ਜਾ ਰਹੀ ਤਾਂ ਹੀ ਮਨਾ ਕੇ ਉਹਦੀ ਉਹ ਫਿਰ ਉਹ ਜਾਂ ਚੁੱਪ ਕਰ ਜਾਂਦੀ ਹੈ, ਫਿਰ ਮਨੇ ਬਸ ਕਰ ਦਿੰਦਾ। ਉਹ ਫਿਰ ਉਹ ਲਫ਼ਜ਼ ਆ ਗਿਆ, ਤੁਸੀਂ ਮਨਮੁਖੀ ਲਫ਼ਜ਼ ਵਰਤਿਆ ਪਹਿਲਾਂ, ਇਹ ਨਾਲ ਸੀ, ਐਗਰੀ ਸੀ ਉਹਦੇ ਨਾਲ ਮਨ ਨਾਲ। ਆਹੀ ਤਾਂ ਸਿਆਪਾ। ਜਦ ਐਗਰੀ ਸੀ ਤਾਂ ਹੀ ਹੋਇਆ। ਉਹ ਵੀ ਫਿਰ ਹੌਲੀ ਦੇ ਕੇ ਜਦ ਝੱਗਾ ਖਿੱਚੀ ਜਾਂਦਾ ਬੁੱਧੀ ਦਾ, ਉਹ ਵੀ ਕਹਿੰਦੇ ਵੀ ਚੱਲ ਕਰ ਲੈ, ਹਾਲੇ ਫਿਰ ਦੇਖ ਲੈਂਦੇ। ਉਹ ਵੀ ਕਹਿੰਦੀ ਹੈ ਨਾ, ਜਦੋਂ ਉਹ ਲੈਣ ਨੂੰ ਨਿਆਲੇ ਦਾ ਉਹ ਮਦਦ ਕਰਦੀ ਹੈ ਨਾਲ। ਹਾਂ ਬੁੱਧੀ ਛੇਤੀ ਮੰਨ ਜਾਂਦੀ ਹੈ। ਜਦ ਬੁੱਧੀ ਸਟੈਂਡ ਲੈ ਗਈ ਮੰਨਣਾ ਹੀ ਨਹੀਂ, ਹੁਣ ਫਿਰ ਵਿਵੇਕ ਬੁੱਧੀ ਫਿਰ ਹੁੰਦਾ ਵੀ ਨਹੀਂ, ਫਿਰ ਚੱਡੀ ਹੈ। ਫਿਰ ਇਹ ਤਾਂ ਹੁੰਦਾ ਵੀ ਨਹੀਂ ਕੰਮ। ਨਾ ਫਿਰ ਚੱਡੀ ਹੈ, ਫਿਰ ਘੂਰ ਦਿੰਦੀ ਹੈ, ਚੁੱਪ ਕਰਦਾ ਕਿ ਨਹੀਂ ਕਰਦਾ, ਬਸ ਇਹ ਤਾਂ ਚੱਲਦਾ ਕੰਮ। ਐ ਮਨ ਮੰਨਦਾ, ਇਹਨੂੰ ਦੁਆ ਫਿਰ ਦਿਖਾਉਣਾ ਪੈਂਦਾ ਰੂਪ ਆਪਣਾ, ਪ੍ਰਚੰਡ ਰੂਪ ਦਿਖਾਏ ਬਿਨਾਂ ਮਨ ਨਹੀਂ ਮੰਨਦਾ, ਨਾ ਬੁੱਧੀ ਮੰਨੇ। ਫਿਰ ਕੋਈ ਬੋਲਦਾ ਨਹੀਂ। ਇਹ ਤਾਂ ਟੋਬੇ ਜਿਹਨੂੰ ਖਿੱਚਦਾ ਹੈ, ਇਹ ਟੋਬੇ ਜਿਹਨੂੰ ਖਿੱਚਦਾ ਹੈ। ਹਾਂ ਪਹਿਲਾਂ ਇਹ ਸਮਝੀਏ ਵੀ ਕਿ ਉਹਦੀ ਕਿਰਪਾ ਦੀ ਵਜ੍ਹਾ ਨਾਲ ਸਾਰਾ ਕੁਝ ਹੈ, ਪਹਿਲਾਂ ਉਹ ਸਮਝੀਏ, ਹੁਣ ਉਹਨੂੰ ਸਮਝਾ ਰਹੀ ਹੈ। ਹਾਂ ਉਹਨਾਂ ਦਾ ਮੰਨ ਲਿਆ ਵੀ ਗੱਲ ਠੀਕ ਹੈ, ਇਹੀ ਹੈ। ਤੂੰ ਗੁਰੂ ਕੋ ਸ਼ਬਦ ਨੇ ਲੈ ਲਿਆ ਲੱਗਦਾ। ਹਾਂ ਉਹ ਸ਼ਬਦ ਲਿਓ ਕਹਿ ਕੇ ਬਦਲੀ ਰਹੇ। ਮੈਨੂੰ ਐਂ ਦੱਸੋ, ਜੋ ਸਮਝ ਆਉਣੀ ਹੈ ਸਭ ਤੋਂ ਪਹਿਲਾਂ ਅਕਲ ਨੂੰ ਆਉਣੀ, ਬਾਹਰੋਂ ਅਕਲ ਨੇ ਸੁਣ ਕੇ ਆਉਣਾ। ਅਕਲ ਦਾ ਨਿਵਾਸ ਹੈ ਇੱਥੇ, ਚਿੱਤ ਦਾ ਨਿਵਾਸ ਤਾਂ ਥੱਲੇ ਹੈ। ਚਿੱਤ ਨੇ ਤਾਂ ਸਮਝੀ ਗੱਲ ਮੰਨਣੀ ਹੈ। ਗੱਲ ਤਾਂ ਠੀਕ ਹੈ, ਗੱਲ ਤਾਂ ਠੀਕ ਹੈ, ਗੱਲ ਤਾਂ ਠੀਕ ਹੈ। ਹੌਲੀ 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 ਉਹਨੇ ਕਹਿਣਾ ਵੀ ਇਹ ਤਾਂ ਸਾਰਾ ਪਿਛਲਾ ਗਲਤ ਹੈ ਨਾ, ਟਾਈਮ ਤਾਂ ਲੱਗਦਾ ਨਾ। ਫਿਰ ਜੋ ਸਟੈਂਡ ਲੈ ਲਵੇ, ਫਿਰ ਵੀ ਜੋ ਸਟੈਂਡ ਲੈ ਲਵੇ, ਫਿਰ ਹੋ ਗਿਆ। ਫਿਰ ਵੀ ਉਹਦੇ ਸਟੈਂਡ ਦੇ ਉੱਤੇ ਖੜੀ ਗਿਆ, ਬੰਦੇ ਹਕੀਕਤ। ਜੇ ਉਹ ਮੰਨਣ ਤੇ ਹਟੇ ਹੀ ਉੱਥੇ ਡਿੱਗ ਹੋ ਜਾਵੇ ਉਹਦਾ ਮੰਨਣਾ, ਫਿਰ ਉਹ ਗਤੀ ਕੀ ਹੈ? ਫਿਰ ਤਾਂ ਫੋਟੋ ਆਉਣਾ, ਫਿਰ ਤਾਂ ਪਲੀਤਾ ਜਾ ਲੱਗਿਆ। ਪੂਰਨ ਹੋਏ ਚਿੱਤ ਕੀ ਇੱਛਾ, ਉਹ ਨੇੜੇ ਹੀ ਹੈ ਪਲੀਤਾ, ਮੂੰਹ ਦੇ ਅੱਗ ਆ ਰਹੀ ਹੈ, ਜਾਂ ਨੇੜੇ ਨੂੰ ਜਾਂਦਾ ਵਜਾ ਦਿੰਦਾ, ਵਿਸਫੋਟ ਨਹੀਂ ਕਰਦਾ। ਪੰਪ ਬੰਨੇ ਹੋਏ ਨੇ ਆਤਮ ਹੱਤਿਆ ਕਰਦਾ ਨਹੀਂ। ਆਤਮ ਹੱਤਿਆ ਮਨ ਦੀ ਅਸਲ 'ਚ ਉਹ ਮੰਨਣਾ ਹੀ ਆਤਮ ਹੱਤਿਆ ਇਹਦੀ। ਪ੍ਰੀਤੇ ਤੋਂ ਡਰ ਜਾਂਦਾ ਵੀ ਛੱਡੋ, ਹਾਲੇ ਹੋਰ ਟਾਈਮ ਲਾਵਾਂਗੇ। ਆਪਣੇ ਗ੍ਰਹਿ ਬਣਨਾ ਚਾਹੁੰਦਾ ਹੈ, ਆਪਣੇ ਗ੍ਰਹਿ ਲਾਵੇ ਆਗ, ਬਣਨਾ ਚਾਹੁੰਦਾ ਫਿਰ ਭੈ ਖਾ ਜਾਂਦਾ, ਫਿਰ ਪੈ ਖਾ ਹੈ ਕਿ ਆਪਣੇ ਗ੍ਰਹਿ ਲਾਵੇ ਆਗ। ਹਾਂ ਚਾਰੋਂ ਚਿੱਤੇ ਭੈ ਖਾਂਦਾ ਸੀ, ਹੈ ਚਿੱਤੇ ਭੈ ਖਾਂਦਾ। ਨਾ ਮਨ ਹਾਂ ਜਿੱਤੇ ਪੈ ਖਾਂਦਾ ਮਨ ਉਹਦਾ ਹੀ ਆ। ਮਨ ਕਰਕੇ ਚਿੱਤ ਵੀ ਕਹਿੰਦਾ, ਬੁੱਧੀ ਯਾਰ ਮਨ ਜਦ ਇੱਕ ਪਾਸੇ ਹੋ ਜਾਂਦੇ ਨੇ ਭੈ ਭਈ ਤੇ ਉਹ ਵੀ ਵਿੱਚ ਨਹੀਂ। ਉਹ ਫਿਰ ਜੇ ਆਪਾਂ ਇਸ ਤਰ੍ਹਾਂ ਤਿੰਨੇ ਪਾਤਰ ਬਣਾ ਕੇ ਚੱਲੀਏ ਤਾਂ ਗੱਲ ਸਭ ਵਧੀਆ ਸਮਝ ਆਈ ਜਾਂਦੀ ਹੈ। ਹਾਂ ਹਾਂ ਆਉਗੇ ਕਿਸੇ ਤਰੀਕੇ ਨਾਲ ਬਣਾ, ਜਦੋਂ ਇੱਕੋ ਬਣਾਉਂਦੇ ਫਿਰ ਉੜ ਜਾਂਦੀ ਗੱਲ ਸਭ। ਤ੍ਰਿਤੀਆ ਤੀਨੇ ਸਮਝਾ ਲਿਆ ਵਾ। ਹਾਂ ਉਹ ਸਮਝਦਾ, ਕਦੇ ਕੋਈ ਅੱਗੇ, ਕਦੇ ਕੋਈ ਅੱਗੇ, ਕਦੇ ਕੋਈ ਅੱਗੇ, ਇਹ ਰਹਿਣਾ ਨੇ ਬਰਾਬਰ। ਤਿੰਨੇ ਜਿਹੜੇ ਨੇ, ਕਦੇ ਮਨ ਨੂੰ ਬੁੱਧੀ ਨੇ ਸਮਝਾਉਣਾ ਹੈ, ਕਦੇ ਬੁੱਧੀ ਆ ਚਿੱਤ ਦੀ ਗੱਲ ਹੈ, ਸਮਝਿਆ ਨਹੀਂ, ਕਦੇ ਮਨ ਆਕੀ ਹੋ ਕੇ ਬੋਲਦਾ, ਪਛਤਾਵੇ ਬੋਲਦਾ। ਜਿੱਥੇ ਤਿੰਨੇ ਸਹਿਮਤ ਹੋਣ ਕੰਮ ਦਾ ਉਹੀ ਹੋਣਾ। ਹਾਂ ਜਦ ਤਿੰਨ ਸੂਈਆਂ ਇਕੱਠੀਆਂ ਹੋਣੀਆਂ ਨੇ ਨਾ, ਜਦ 12 ਵਜਣਾ ਨੇ, ਫਿਰ ਉੱਥੋਂ ਸਟਾਰਟ ਹੋਈ ਹੈ ਗੱਡੀ। ਜਦੋਂ ਵੀ ਸੂਈਆਂ ਤਿੰਨ ਇਕੱਠੀਆਂ ਸੀ ਉਦੋਂ ਸਟਾਰਟ ਕੀਤਾ ਸੀ। ਤਾਂ ਸਕਿੰਟ ਮਿੰਟਾਂ ਵਾਲੀ ਘੰਟਿਆਂ ਵਾਲੀ ਸੂਈ ਇਕੱਠੀ ਹੁੰਦੀ। ਜੇ ਘੜੀ ਨੂੰ ਤੁਸੀਂ ਚਲਾਉਣਾ, ਸਮਾਂ ਸ਼ੁਰੂ ਉੱਥੇ ਹੁੰਦਾ, ਸਮਾਂ ਸ਼ੁਰੂ ਉੱਥੋਂ, ਉੱਥੇ ਜਾ ਕੇ ਖਤਮ ਹੋਣਾ। ਉਹਨੇ ਨੰਬਰ ਮਿਲੇ ਤੇ ਅਟੈਚੀ ਖੁੱਲਣੀ ਹੈ।
ਇੱਕ ਅੱਧਾ ਪਰੇ ਵਾਲੇ ਨੰਬਰ ਕੰਗੀ ਨਿਕਲਦੀ ਉਹਦੇ ਵਿੱਚੋਂ, ਜਿੱਥੇ ਬੰਦ ਹੋਈ ਆ ਉੱਥੇ ਖੁੱਲਦੀ ਆ ਜਾ ਕੇ। ਜਿਵੇਂ ਡਿੱਗਿਆ ਸੀ ਉਵੇਂ ਬਾਹਰ ਨਿਕਲਣਾ। ਤਾਂ ਹੀ ਡੇਟ ਬਦਲ 12 ਵਜੇ ਤੋਂ ਬਾਅਦ ਰਾਤ ਨੂੰ ਡੇਟ ਬਦਲਦੇ ਨੇ। ਇਹ ਮਤਲਬ ਹੈ ਇਕੱਠਾ ਜਿਹੜਾ ਹੈ ਮਨ ਇੱਕ ਹੋਇਆ ਹੀ ਨਿਕਲਦਾ, ਇੱਕ ਹੋਇਆ ਨਿਕਲਦਾ ਹਾਂ ਇੱਕ ਹੋਇਆ ਹੀ ਨਿਕਲਦਾ ਭਵ ਸਾਗਰ ਚੋਂ ਬਾਹਰ। ਤਿੰਨੇ ਸਾਮਾ ਆਏ ਬਈ ਨਿਕਲਦੇ ਨੇ। ਇੱਕ ਜਿੰਨਾ ਚਿਰ ਹੁੰਦਾ ਨਹੀਂ ਭਵ ਸਾਗਰ ਤੋਂ ਬਾਹਰ ਨਹੀਂ ਜਾ ਸਕਦਾ। ਜੇ ਇੱਕ ਤੋਂ ਪਹਿਲਾਂ ਜਾਂਦਾ ਹੈ ਭਵ ਸਾਗਰ ਚ ਮਰਦਾ ਹੈ, ਰਹਿੰਦਾ ਭਵ ਸਾਗਰ ਦੇ ਅੰਦਰ ਹੀ ਹੈ, ਅਦ੍ਰਿਸ਼ ਹੁੰਦਾ, ਰਹਿੰਦਾ ਅੰਦਰ ਹੀ ਹੈ, ਰੂਪ ਉਹੀ ਹੁੰਦਾ ਇੱਕ ਵਾਲਾ, ਪਰ ਆਲੇ ਦੁਆਲੇ ਭਰਮ ਦਾ ਅੰਡਾ ਹੁੰਦਾ, ਇਹਦੇ ਆਲੇ ਦੁਆਲੇ ਭਰਮ ਦੀ ਲਕੀਰ ਹੁੰਦੀ ਹੈ, ਉਹਨਾਂ ਦੇ ਭਰਮ ਦੀ ਲਕੀਰ ਹੁੰਦੀ ਹੈ, ਉਹ ਸਰਵ ਵਿਆਪੀ ਹੋ ਜਾਂਦੇ ਨੇ, ਬਾਉਂਡ ਹੋ ਜਾਂਦੇ। ਇਹਦੇ ਆਲੇ ਦੁਆਲੇ ਬਾਉਂਡਰੀ ਹੁੰਦੀ ਹੈ, ਵਿੱਚ ਜੋਤ ਹੈ, ਆਲੇ ਦੁਆਲੇ ਕਾਲਾ। ਕਹਿੰਦਾ ਉਸੇ ਕਾਲ ਚ, ਉਹਦੇ ਆਲੇ ਦੁਆਲੇ ਕਾਲ ਹੈ ਨਹੀਂ ਕਿਤੇ, ਕਾਲ ਤੇ ਨਹੀਂ ਉਹਦਾ ਵੀ ਇੱਕ ਹੀ ਹੋ ਗਏ ਸਾਰੇ। ਇਹ ਅੱਡ ਅੱਡ ਰਹਿੰਦਾ, ਉਹਦੇ ਵਿੱਚ ਵੱਖਰਾ ਰਹਿੰਦਾ, ਉਹਦਾ ਵਜੂਦ ਵੱਖਰਾ ਰਹਿੰਦਾ। ਉਹ ਜਿਹੜਾ ਆਂਡਾ ਉਹਨਾਂ ਜਿਹੜਾ ਆਂਡਾ ਹੈ ਨਾ, ਉਹਨਾਂ ਜਿਹੜਾ ਆਂਡਾ ਹੈ, ਇਹਨੂੰ ਆਂਡਾ ਕਹੇ। ਜੋ ਬ੍ਰਹਮ ਅੰਡੇ ਸੋਈ ਪਿੰਡੇ। ਹੁਣ ਉਹ ਸਰੀਰ ਵਿੱਚ ਹੈ, ਤੋੜ ਕੇ ਆਂਡਾ ਦੋ ਥਾਂ ਕੀਤਾ ਹੋਇਆ ਭੰਨ ਕੇ। ਜੋ ਖੋਜੇ ਸੋ ਪਾਵੇ। ਖੋਜਣਾ ਕੀ ਪਊ? ਪਹਿਲਾਂ ਤਾਂ ਮਨ ਖੋਜਣਾ ਪਊ ਤਨ ਚੋਂ, ਫਿਰ ਮਨ ਮੈਂ ਉਹਨੂੰ ਖੋਜਣਾ ਪਊ, ਤਾਂ ਕਦੇ ਜਾ ਕੇ ਇੱਕ ਦੀ ਪ੍ਰਾਪਤੀ ਹੋਊ। ਕਿਹਾ ਹੀ ਹੋਇਆ, ਆਪਾਂ ਨੂੰ ਪਤਾ ਹੀ ਹੈ। ਪਹਿਲਾਂ ਤਨ ਵਿੱਚੋਂ ਮਨ ਖੋਜਣਾ, ਇਸ ਮਨ ਕੋ ਕੋਈ ਖੋਜੋ ਭਾਈ, ਫਿਰ ਮਨ ਦੇ ਵਿੱਚੋਂ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਜੋਤ ਦੇ ਵਿੱਚੋਂ ਜਾਣਨਾ। ਜਿਹਦੀ ਜੋਤ ਹੈ, ਜੋਤ ਦੇ ਵਿੱਚੋਂ ਜਾਣਿਆ ਜਾਊ। ਸੂਰਜ ਦੀ ਜੋਤ ਹੈ, ਧੁੱਪ ਹੈ, ਧੁੱਪ ਕਿਹਦੀ ਜੋਤ ਹੈ? ਵਿੱਚ ਧੁੱਪ 'ਚ ਖੜ ਕੇ ਹੀ ਦੇਖਾਂਗੇ ਪਿੱਛੇ ਧੁੱਪ ਕਿੱਥੋਂ ਆ ਰਹੀ ਹੈ, ਤਾਂ ਹੀ ਪਤਾ ਲੱਗੂਗਾ। ਧੁੱਪ ਦੇ ਵਿੱਚੋਂ ਹੀ ਖੋਜੋ। ਜਿਹੜਾ ਮਨ ਤੋਂ ਜੋਤ ਸਰੂਪ ਕਹਿੰਦਾ, ਜਾਤ ਵਿੱਚ ਜਿਹੜੀ ਜੋਤ ਆ ਉਹ ਬਣੇ ਆ। ਹਾਂ, ਉਹ ਬਣੇ ਰਚਨਾ ਆ ਰਹੀ ਆ ਉਹਦੇ 'ਚ ਬਣੇ ਆ। ਜਿਹੜੀ ਜਾਤ ਵਿੱਚ ਜੋਤ ਕਹੀ ਹੈ, ਜਾਤ ਕੀ ਜੋਤੀ ਹੈ। ਹਾਂ, ਜੇ ਅਗੇ ਤਿਸੇ ਜਾਨ ਮਨ ਸਦਾ ਹਜੂਰੇ। ਹਾਂ, ਤਿਸੇ ਜਾਨ ਮਨ ਸਦਾ ਹਜੂਰੇ। ਉਹ ਤੂੰ ਸਮਝ ਵੀ ਤੇਰੇ ਨਾਲ ਹੈ ਹਰ ਵਕਤ। ਇਹ ਜਾਣ ਲੈ ਤੂੰ, ਇਹ ਹਕੀਕਤ ਹੈ, ਤੈਨੂੰ ਦੀਨਾ ਨਹੀਂ ਉਹ ਗੱਲ ਅਲੱਗ। ਤੇਰੇ ਕੋ ਅੱਖਾਂ ਮਾਇਆ ਦੇਖਣ ਵਾਲੀਆਂ ਨੇ, ਉਹ ਅੱਖ ਨਹੀਂ ਹੈ ਤੇਰੇ ਕੋਲ ਦੇਖਣ ਵਾਲੀ। ਤੇਰੇ ਕੋ ਅੱਖਾਂ ਬਾਹਰ ਮੁਖੀ ਨੇ, ਉਹ ਅੰਦਰ ਹੈ, ਕਾਰਜ ਪੂਰੇ ਹੁੰਦੇ ਨੇ। ਉਹ ਅੰਦਰ ਹੈ, ਬਾਹਰਲੀ ਅੱਖ ਹੈ ਤੇਰੇ ਕੋਲ ਮਾਇਆ ਦੇਖਣ ਵਾਲੀ। ਇਹ ਮੰਨ ਲੈ, ਬੁੱਧੀ ਦੇਖ ਕੇ ਦੱਸਦੀ ਉਹ ਅੰਦਰ ਹੈ। ਦੂਏ ਦੀ ਗੱਲ ਵੀ ਤਾਂ ਨਾ ਮੰਨ ਲੈਂਦਾ ਹੁੰਦਾ ਹੈ। ਜੇ ਦੂਏ ਦੀ ਗੱਲ ਨਾ ਮੰਨ ਲਵੇ ਤਾਂ ਉਹ ਠੀਕ ਰਹਿੰਦਾ। ਜੋ ਕਹਿੰਦਾ ਮੂਹਰੇ ਨਾਲ ਹੀ ਹੈ, ਫਿਰ ਟੋਹ ਕੇ ਦੇਖ ਲੈਂਦਾ, ਫਿਰ ਪੈਰ ਠੀਕ ਰੱਖ ਲੈਂਦਾ, ਫਾਇਦਾ ਹੀ ਹੈ ਮੰਨਣ ਦੇ ਵਿੱਚ ਗੱਲ। ਅਸਲ ਜਿੰਨੇ ਵੀ ਕਾਰਜ ਇੱਥੇ ਜਿਹੜੇ ਬਹੁਤ ਵਚਨ ਆਏ, ਅਸਲ ਵਿੱਚ ਇੱਥੇ ਬੁੱਧੀ ਕਹਿ ਰਹੀ ਵੀ ਸਾਰੇ ਹੀ ਉਹਦੀ ਵਜ੍ਹਾ ਨਾਲ ਵੀ ਮਿਲ ਕੇ, ਜਿਹਦਾ ਮਤਲਬ ਜਿੰਨਾ ਚਿਰ ਉਹ ਨਾਲ ਐਗਰੀ ਨਹੀਂ ਹੁੰਦਾ, ਕਾਰਜ ਕੋਈ ਸਿਰੇ ਚੜ੍ਹਦਾ ਹੀ ਨਹੀਂ। ਇਹ ਵੀ ਹੋਊਗਾ ਤਾਂ ਪਿੱਛੇ ਨੂੰ ਕਰ ਲਈਏ ਵੀ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ, ਕੰਮ ਕੋਈ ਸਿਰੇ ਚੜ੍ਹਦਾ ਹੀ ਨਹੀਂ। ਠੀਕ ਹੈ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਕਿਸੇ ਜਾਨ ਮਨ ਸਦਾ ਜੂਵੇ। ਬੁੱਧੀ ਨੂੰ ਕਹਿ ਰਹੀ ਵੀ ਜਿਹੜੇ ਵੀ ਕਾਰਜ ਆਪਣੇ ਅੱਜ ਤੱਕ ਸਿਰੇ ਚੜ੍ਹੇ ਨੇ, ਪੂਰੇ ਹੋਏ ਨੇ, ਉਹਦੀ ਕਿਰਪਾ ਨਾਲੇ ਹੋਏ ਨੇ। ਉਹਦੀ ਕਿਰਪਾ ਨਾਲੇ ਹੋਣਗੇ, ਹੋਰ ਕਿਹਦੀ ਕਿਰਪਾ? ਪਹਿਲਾਂ ਤਾਂ ਦੇਖੋ ਨਾ, ਪਿੱਛੇ ਇੱਥੇ ਤੱਕ ਗੱਡੀ ਉਹ ਲੈ ਕੇ ਆਇਆ, ਉਹਦਾ ਮਤਲਬ ਹੈ ਕੋਈ ਵੀ ਆ, ਕਿਉਂਕਿ ਨਾਲ ਹੈ। ਅਸੀਂ ਤਾਂ ਸਿਰਫ ਉਹਦੇ ਭਾਣੇ 'ਚ ਰਹੇ ਹਾਂ। ਜੇ ਕੋਈ ਔਲਾਦ ਆਪਣੇ ਜਿਹਨੇ ਉਹਨੂੰ ਪਾਲਿਆ, ਬਾਪ ਹੋਵੇ, ਭਾਈ ਹੋਵੇ, ਕੋਈ ਵੀ ਹੋਵੇ, ਉਹਦੇ ਕਹਿਣੇ 'ਚ ਰਹੇ, ਇਹ ਕਹਿਣੇ 'ਚ ਰਹਿਣ ਬਦਲੇ ਹੀ ਉਹਨੂੰ ਸਾਰੀਆਂ ਸਹੂਲਤਾਂ ਦੇ ਦੇਵੇ ਦੁਨੀਆ ਭਰ ਦੀਆਂ, ਤੇ ਉਹਨਾਂ ਨੂੰ ਕੀ ਮਹਿੰਗਾ ਬਈ? ਉਹਨਾਂ ਨੂੰ ਜੋ ਚਾਹੀਦਾ
ਬਿਨਾਂ ਕੁਝ ਕਰੇ ਤੇ ਉਹ ਮਿਲੀ ਜਾਵੇ। ਤੇ ਉਹਨਾਂ ਨੂੰ ਕਹਿਣੇ ਵਿੱਚ ਰਹਿਣ ਦਾ ਕੀ ਨੁਕਸਾਨ ਹੈ? ਹੁਣ ਤੁਹਾਡੀ ਗੱਲ ਠੀਕ ਹੈ, ਜਿਹੜੇ ਪਿਛਲੇ ਦੀ ਉੱਥੇ ਪ੍ਰੋਬਲਮ ਨਹੀਂ ਸੀ, ਉੱਥੇ ਪਾਣੇ 'ਚ ਸੀਗਾ। ਹੁਣ ਉਪਦੇਸ਼ ਦੀ ਕਿਉਂ ਲੋੜ ਪਈ? ਉਪਦੇਸ਼ ਦੀ ਲੋੜ ਹੈ, ਹੁਣ ਖਤਰਾ ਹੈ ਨਾ। ਇੱਕ ਪਾਸੇ ਤਾਂ ਘਾਟੀ ਚੜ੍ਹਦਾ, ਇੱਕ ਪਾਸੇ ਇਧਰ ਖਾਈ ਹੈ, ਘਾਟੀ ਦੇ ਨਾਲੇ ਖਾਈ ਹੁੰਦੀ ਹੈ, ਇਧਰ ਡਿੱਪਿਆ ਕਿਨਾਰੇ ਤੇ ਜਾਂਦਾ ਹੈ। ਮਨ ਤਾਂ ਇਹਦਾ ਉਹਨਾਂ ਦੁਨੀਆ 'ਚ ਵੀ ਸੀਗਾ, ਮਨ ਉਹਨਾਂ ਦੁਨੀਆ 'ਚ ਵੀ ਸੀਗਾ। ਹਾਂ ਉਹਦੀ ਚੱਲਦਾ ਸਹਿਮਤੀ ਨਾਲ ਸੀ ਨਾ, ਮਾਰਸੀ ਨਹੀਂ ਸੀ ਕਹਿ ਸਕਦੇ ਭਾਜੀ ਪਿਛਲੇ ਮਨ ਨੂੰ ਕਦੇ ਅਸਲ ਦੇ ਵਿੱਚ ਇੱਥੇ ਵੀ ਨਹੀਂ ਸੀ ਕਰਦਾ। ਇਹ ਇੱਥੇ ਤਾਂ ਦਿਮਾਗ ਇਹਦਾ ਤਾਂ ਖਰਾਬ ਹੋ ਗਿਆ ਨਾ, ਇਹਨੂੰ ਆਪਣੇ ਆਪ ਨੂੰ ਰਾਜਾ ਮੰਨਦਾ ਉਹਨੇ, ਥੱਲੇ ਨੇ ਸਾਰੇ ਜੀਵ, ਡਰ ਗਏ ਦਾ ਹੈ ਨਹੀਂ, ਸਾਰੇ ਕਾਬੂ ਕਰ ਲਏ ਨੇ। ਹੁਣ ਤਾਂ ਆਦਮੀ ਨੂੰ ਆਦਮੀ ਕਾਬੂ ਕਰਦੇ ਨੇ, ਬਾਕੀ ਉਹਨਾਂ ਦਾ ਛੱਡੋ। ਇੱਥੇ ਆ ਕੇ ਰੱਬ ਆ ਬਣ ਗਿਆ ਇਹਨੇ ਰੁੱਖਾ ਦੇਗੀ ਦੇ ਵਿੱਚ, ਪੂਜਾ ਆਪਣੀ ਕਰਾ ਰਿਹਾ ਹੈ। ਰੱਬ ਨੂੰ ਕਈ ਮੰਨਦੇ ਹੀ ਨਹੀਂ, ਹੁੰਦਾ ਹੀ ਨਹੀਂ। ਅਸੀਂ ਉਹ ਜੋ ਕੁਛ ਗ੍ਰੰਥ ਲਿਖੇ ਪਏ ਨੇ, ਉਹਦਾ ਇੰਨਾ ਕੁਛ ਕੀਤਾ, ਕਿਹਨੇ ਕੀਤਾ? ਆਦਮੀ ਨੇ ਕੀਤਾ। ਬਾਕੀ ਜੀ ਉਹਨਾਂ ਨੇ ਕਦੇ ਕੋਈ ਮੰਦਰ ਬਣਾਇਆ, ਕੋਈ ਮਾਲਾ ਦੇਖੀ ਉਹਨਾਂ ਦੀ, ਕੋਈ ਪੂਜਾ ਦਾ ਸਥਾਨ ਦੇਖਿਆ ਹੋਵੇ ਕਿੱਥੇ ਕਰਦੇ ਨੇ, ਨਾ ਕੋਈ ਰੱਬ ਬਣਿਆ ਉਹਨਾਂ ਚ। ਤਾਂ ਸਾਰੇ ਸਾਧੂ ਨੇ। ਉਹ ਲੋੜੇ ਵਿਦੇਸ਼ ਦੀ ਹੁਣ ਪਈ ਆ, ਇਹਦਾ ਮਤਲਬ ਹੁਣ ਗੜਬੜ ਹੋਈ ਹੈ। ਬਾਕੀ ਉਰੇ ਆ ਕੇ ਹੀ ਆਇਆ, ਮਨੁੱਖਾ ਦੇ ਵਾਸੀ ਹੋਇਆ, ਇੱਥੇ ਹੀ ਹੋਇਆ। ਉਹ ਪਹਿਲੇ ਤਾਂ ਪਾਣੇ ਦੇ ਬਾਹਰ ਦੇਖੋ, ਅਸਲ ਦੇ ਵਿੱਚ ਪਹਿਲਾਂ ਇਹ ਲਿਟਲ ਨੌਲੇਜ ਵੀ ਹੈ ਨਹੀਂ ਮਨੁੱਖਾ ਜਨਮ ਤੇ ਪਹਿਲਾਂ। ਇਹ ਲਿਟਲ ਨੋ ਵੀ ਘੱਟ ਹੈ, ਇਸ ਕਰਕੇ ਉਹ ਡੇਂਜਰਸ ਵੀ ਹੈ। ਆ ਜਿਹੜੀ ਇਹ ਲਿਟਲ ਨੌਲੇਜ ਹੈ ਨਾ ਆਦਮੀ ਵਾਲੀ, ਜਾਨਵਰਾਂ ਨੂੰ ਪੜ੍ਹਾ ਲੈਣਾ, ਜਾਨਵਰਾਂ ਨੂੰ ਆਪਣੀ ਬੋਲੀ ਸਿਖਾ ਲੈਣਾ, ਕਿਸੇ ਨੂੰ ਤਾਂਗਾ ਬਣਾ ਕੇ ਜੋੜ ਲਿਆ, ਕਿਸੇ ਨੂੰ ਘੋੜਾ ਬਣਾ ਕੇ ਜੋੜ ਲਿਆ, ਹਾਥੀ ਤੋਂ ਕੁਝ ਕਰਾ ਲਿਆ, ਇਹਦੇ ਨੱਥ ਪਾ ਲਈ। ਇਹ ਜਿਹੜੀ ਹੈ ਨਾ, ਇਹਦੇ ਕੋਲ ਟੈਕਨੀਕ, ਇਹਦੇ ਨਾਲ ਇਹਨੇ ਕਹਾ ਰੱਬ ਮੈਂ ਹਾਂ। ਉਹਨੇ ਹਾਥੀ ਬਣਾਤਾ, ਮੈਂ ਬਸ ਕਰ ਲਿਆ। ਕਹਿੰਦੇ ਆ ਵੀ ਆਪਣੀ ਬੋਡੀ ਸੇਫ ਚੜਦਾ ਆਇਆ ਪਿਛਲੀ ਦਾ, ਉਹਨੇ ਹਾਥੀ ਬਣਾਇਆ, ਮੈਂ ਬਸ ਕਰ ਲਿਆ। ਰੱਬ ਤੋਂ ਤਾਂ ਹਾਥੀ ਡਰਦਾ ਨਹੀਂ, ਮੈਂ ਤਾਂ ਡਰਦਾ ਸੰਸਾਰ ਚ ਮੈਂ ਰੱਬਾਂ ਫਿਰ। ਰੱਬ ਤੋਂ ਡਰਦਾ ਨਹੀਂ ਹਾਥੀ। ਸ਼ੇਰਾਂ ਨੂੰ ਪਿੰਜਰੇ 'ਚ ਪਾ ਲਿਆ, ਸ਼ੇਰ ਪਿੰਜਰੇ 'ਚ ਪਾ ਲਿਆ। ਬਿੱਤੋਂ ਡਰਦਾ ਹੈ ਜੋ ਜਾਨਵਰ ਹੈ, ਜੋ ਚੀਜ਼ਾਂ ਨੇ ਸਾਰੀਆਂ। ਸੱਪ ਗੱਲ 'ਚ ਪਈ ਫਿਰਦੇ ਨੇ, ਤੇ ਫਿਰ ਇਹਦਾ ਮਤਲਬ ਮੈਂ ਉਹ ਰੱਬਾਂ। ਇਹਨੂੰ ਇਹ ਹੋ ਗਿਆ ਵੀ ਮੈਂ ਉਹ ਰੱਬਾਂ, ਰੱਬ ਰੂਪ ਨਹੀਂ ਹੋਰ ਹੁੰਦਾ ਕੋਈ। ਭਰਮ ਹੋ ਗਿਆ ਰੱਬ ਦਾ, ਹੋਰ ਕੋਈ ਲੱਭਦਾ ਨਹੀਂ। ਹੋਰ ਕੌਣ ਹੋ ਸਕਦਾ ਰੱਬ? ਇਹ ਜੋ ਹੋਇਆ ਬੰਦੇ ਨੂੰ ਕਹਿੰਦੇ ਨੇ, ਤਾਂ ਹੀ ਮੂਰਤੀਆਂ ਬਣਾਈਆਂ, ਤਾਂ ਹੀ ਫੋਟੋਆਂ ਬਣਾਈਆਂ। ਇਹਨੇ ਵੀ ਚਲੋ ਆਪਾਂ ਵੀ ਡਿਕਲੇਅਰ ਕਰ ਦੋ ਮੈਂ ਉਹ, ਪਹਿਲਾਂ ਵੀ ਤਾਂ ਕਰਦੇ ਰਹੇ ਨੇ, ਐਵੇਂ ਹੀ ਹੁੰਦਾ ਹੋਊਗਾ, ਇਹ ਠੀਕ ਹੈ। ਆਹ ਬਣਾਇਆ ਹੋਇਆ, ਚਲੇ ਆਉਂਦਾ ਰਿਵਾਜ ਸਾਰਿਆਂ ਦਾ। ਜੇ ਕੋਈ ਕਹਿੰਦਾ ਰੱਬ ਮੰਨਣ ਵਾਲੇ ਬੰਦਾ ਤਾਂ ਬਹੁਤ ਘੱਟ ਪਰਸੈਂਟੇਜ ਹੈ ਜੀ, ਮਤਲਬ ਕੁਛ ਬਾਕੀ ਜਨਤਾ ਤਾਂ ਆਵੇਂ ਹੈ ਕਰੋੜਾਂ ਚ। ਕੌਣ? ਬਾਕੀ ਜਨਤਾ ਤਾਂ ਮੁਲਕੀ ਹੈ ਸਾਰੀ। ਹੋਰ ਉਹ ਥੋੜੇ ਜਿਹੇ ਬੰਦੇ ਜਿਹੜੇ ਹੁੰਦੇ ਉਹਦੇ ਮਗਰੇ ਹੁੰਦੇ ਨੇ। ਚਾਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚੱਲ। ਆਪਣ ਪਾਕਿਸਤਾਨ ਦੇ ਜਾਣ ਲੱਗੇ, ਹੁਣ ਦੁਨੀਆ ਨਹੀਂ ਜਾਂਦੀ ਹੈ। ਉਹ ਤਾਂ ਆਪ ਭੱਜ ਕੇ ਗਿਆ ਇੱਥੋਂ ਡਰਦਾ। ਫਿਰ ਉੱਥੇ ਜਾ ਕੇ ਭੂਤ ਆਪਣੇ ਕਢਾਉਂਦੇ ਨੇ ਜਾ ਕੇ। ਬਸ ਉੱਥੇ ਕੋਈ ਭੂਤ ਨੇ, ਨਾ ਕੋਈ ਕੱਢਦਾ, ਨਾ ਕੋਈ ਲੈਣ, ਨਾ ਕੋਈ ਦੇਣ। ਉਹ ਤਾਂ ਲੋਕ ਨੇ ਸੈਰ ਕਰਨ ਜਾਲਿਆ, ਉਹਨਾਂ ਦੇ ਬੰਦੇ ਰੱਖੇ ਹੁੰਦੇ ਨੇ। ਉਹ ਜਿਹੜੇ ਉਹ ਜਨਾਨੀਆਂ ਫੂ ਫੂ ਕਰਦੀਆਂ ਸਭ ਉਹਨਾਂ ਦੀਆਂ ਨੇ, ਉਹਨਾਂ ਦੀਆਂ ਹੀ ਨਾ ਪੈਸੇ ਦਿੰਦੇ ਨੇ ਨਾਲੇ ਇਸ ਬੌਡੀ ਦੇ ਨਾਲ ਚੁੱਕੇ ਗਿਆ ਇਹਦਾ, ਇਸ ਬੌਡੀ ਦੇ ਨਾਲ ਚੁੱਕੇ ਗਿਆ। ਇਹਦਾ ਪਿਛਲੀ ਬੌਡੀ ਤੇ ਵੀ ਚੁੱਕ ਜਾਣ ਦਾ ਚਾਂਸ ਘੱਟ ਨੇ।
ਘੱਟ ਨਹੀਂ ਹੈ, ਉਹ ਨਹੀਂ ਹੈ ਹੀ ਨਹੀਂ, ਕਿਉਂਕਿ ਆਪਾਂ ਕਹਿੰਦੇ ਆ ਵੀ ਆਪਣੀ ਪੌੜੀ ਸੇਬ ਚੜਦਾ ਆਇਆ ਪਿੱਛੇ। ਹਾਂ ਹੈ, ਉਹ ਨਹੀਂ ਜਾਣ ਸੇ ਨਹੀਂ ਹੈ। ਇੱਥੇ ਇਹ ਦੇਖੋ, ਹੋਰ ਪੌੜੀ ਤੇ ਕਿਤੇ ਧਰਮ ਬਣਾਇਆ ਹੈ, ਇਹਨੇ ਧਰਮ ਬਣਾਇਆ ਆਪਣੀ ਮਰਜ਼ੀ ਦਾ। ਇੱਥੇ ਆ ਕੇ ਇਹਦਾ ਦਿਮਾਗ ਕੰਮ ਕਰਨ ਲੱਗਿਆ ਧਰਮ ਪ੍ਰਤੀ, ਹੋਰ ਪ੍ਰਤੀ, ਦੁਨੀਆ ਤੇ ਕਬਜ਼ਾ ਕਰਦਾ, ਇੱਥੇ ਹੀ ਆ ਕੇ ਕਰਨ ਲੱਗਿਆ। ਉਹਨਾਂ ਨੇ ਨਾ ਤਾਂ ਕਿਤੇ ਸਟਾਕ ਕੀਤਾ, ਕੀੜੇ ਕੂੜੇ ਦਾ ਵਿਚਾਰੇ ਕਰ ਲੈਂਦੇ ਨੇ, ਕੋਈ ਜਾਨਵਰ ਸਟਾਕ ਨਹੀਂ ਕਰਦਾ। ਸ਼ੇਰ ਜਿਹੜਾ ਮਾਰਨਾ 2 ਦਿਨ ਬਾਅਦ ਮਾਸਨੇ ਦੂਏ ਦਿਨ ਬਦਬੂ ਛੱਡ ਜਾਣੀ, ਫਿਰ ਉਹ ਖਾ ਨਹੀਂ ਸਕਦਾ। ਜਿੰਨਾ ਉਹ ਰੱਜ ਕੇ ਇੱਕ ਵਾਰ ਖਾ ਲੈਂਦਾ 3 ਦਿਨ ਉਹਨੂੰ ਭੁੱਖ ਨਹੀਂ ਲੱਗਦੀ, 3 ਦਿਨ ਬਾਅਦ ਉਹ ਖਾਣ ਵਾਲਾ ਨਹੀਂ ਰਹਿੰਦਾ। ਉਹ ਵੀ ਪਰੇ ਚਲੇ ਜਾਂਦਾ ਵੀ ਚੱਲ ਹੋਰ ਖਾ ਲੈਣਗੇ ਜਾਨਵਰ, ਉਹਨੇ ਉੱਥੇ ਬੈਠ ਕੇ ਕਰਨਾ, ਉਹਨੂੰ ਤਾਂ ਭੁੱਖ ਹੈ ਨਹੀਂ। ਉਹ ਆਪਣਾ ਕਿਤੇ ਖੱਡ 'ਚ ਵੜ ਕੇ ਆਪਣੇ ਆਰਾਮ ਕਰਕੇ ਤੇ ਸੌਂ ਜਾਂਦਾ। ਉਹਨੂੰ ਕਿਤੇ ਕਹਾਂ ਡਰ ਹੈ, ਡਰ ਉਹਨੂੰ ਵੀ ਹੈ। ਸਿਸਟਮ ਹੈ ਚੱਲਦਾ ਆਦਮੀ ਦਾ, ਫਾੜ ਕੇ ਬਹਿ ਜਾਊਗਾ। ਆਦਮੀ ਦਾ ਸ਼ਿਕਾਰ ਕਰਦਾ ਰਿਹਾ, ਉਹਦੀਆਂ ਖੱਲਾਂ ਸੰਤ ਬਿਠਾ ਕੇ ਉੱਤੇ ਬਹਿੰਦੇ ਰਹੇ ਨੇ। ਕਈ ਲੱਖ ਦੀ ਵਿਕਦੀ ਹੈ ਗੱਲ ਹੁਣ ਉਹਦੀ ਸ਼ੇਰ ਦੀ, ਹਾਥੀ ਦੇ ਦੰਦ ਵਿਕਦੇ ਨੇ, ਦੋਹਾਂ ਨੂੰ ਪਤਾ। ਕੀੜੇ ਇਕੱਠੇ ਕਰਦੇ ਨੇ, ਛੋਟੇ ਛੋਟੇ ਦਾਣੇ ਇਕੱਠੇ ਕਰਕੇ ਰੱਖਦੇ ਨੇ। ਚਾਹੇ ਕੁੱਤਾ ਹੈ, ਕੁੱਤੇ ਨੂੰ ਰੋਟੀ ਪਾਓ, ਮੇਕ ਉਹ ਲੈ ਜਾ ਕੇ ਦਮ ਦਿੰਦਾ, ਫਿਰ ਉਸ ਤੋਂ ਬਾਅਦ ਕਰਦਾ। ਉਹ ਚਲੋ ਇੰਨਾ ਸਟਾਕ ਨਹੀਂ ਕਰਦੇ, ਕੁਛ ਕਰਦੇ ਨੇ ਥੋੜਾ। ਸੁਭਾਅ ਕੁੱਤੇ ਦਾ ਸੁਭਾਅ ਤਾਂ ਹੀ ਇਹ ਆਦਮੀ ਨਾਲ ਜੋੜਿਆ ਹੋਇਆ ਹੈ। ਇਵੇਂ ਚੀਂਟੀ ਦਾ ਸੁਭਾਅ ਵੀ ਆਦਮੀ ਨਾਲ ਜੋੜਿਆ ਹੈ। ਚਾਹੇ ਕਬੀਰ ਗੁਰ ਭਲੀ ਵਜਾਈ ਚੀਂਟੀ ਬਣ ਕੇ ਖਾਏ। ਚੀਟੀ ਵਾਸੀ ਆਇਆ ਉਹਨੂੰ ਰਾਤ ਨੂੰ ਵੀ ਚੈਨ ਨਹੀਂ, ਰਾਤ ਨੂੰ ਦੇਖੋ ਕੀੜੀ ਟਿੱਕੀ ਨਹੀਂ ਤੁਹਾਨੂੰ ਕਦੇ। ਹਾਂ ਸਭ ਤੋਂ ਛੋਟਾ ਢਿੱਡ ਨਾਲ। ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾਂ ਸੋ ਰਾਜ। ਜੇ ਪ੍ਰਸਾਦ ਤੂੰ ਪਾਵੇਂ ਸਾਚ, ਜਿਹਦੇ ਕਿਰਪਾ ਨਾਲ ਤੈਨੂੰ ਸੱਚ ਪ੍ਰਾਪਤ ਹੋਣਾ, ਕਿਉਂਕਿ ਇਹ ਕੂੜਿਆਰ ਹੈ, ਇਹਦੇ ਕੋਲ ਤਾਂ ਸੱਚ ਹੈ ਨਹੀਂ। ਉਹ ਸੱਚਿਆਰ ਹੈ, ਉਹਦੇ ਕੋਲ ਸੱਚ ਮਿਲਣਾ। ਆਹ ਕਾਲ ਚ ਰਹਿੰਦਾ ਸੀ ਇਹਦੇ ਭਾਵੇਂ ਇਹ ਹੁਣ ਜਿਹੜਾ ਕੰਮ ਬਾਕੀ ਰਹਿੰਦਾ ਉਹ ਆਇਆ ਹੁਣ ਸੱਚ ਦੀ ਪ੍ਰਾਪਤ। ਉਹਦਾ ਕਾਲ ਦੇ ਪਿਛਲੇ ਤਾਂ ਪੂਰੇ ਹੋ ਗਏ ਜਿਹੜਾ ਸੱਚ। ਇਹ ਜਿੰਨਾ ਮਾਨਾ ਝੂਠਾ, ਮਨ ਝੂਠਾ ਜਬ ਜੋ ਹੋਇਆ, ਇਹਦੀ ਜਗ੍ਹਾ ਸੱਚ ਮਿਲਣਾ ਹੁਣ ਇਹਨੂੰ। ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾਂ ਸੋ ਰਾਜ। ਉਹਦੇ ਨਾਲ ਰਾਜ, ਉਹਦੇ ਨਾਲ ਇੱਕ ਮਿੱਕ ਹੋ ਅੱਗੇ ਸੱਚ ਮਿਲ ਜਾਵੇ, ਉੱਥੋਂ ਸੱਚ ਜਿੱਥੋਂ ਮਿਲਣਾ ਉਹਦੇ ਨਾਲ ਇੱਕ ਮਿੱਕ ਅਗਲਾ ਕੰਮ ਉਹਦੇ ਰਚੇ ਨਾਲੇ ਹੋਣਾ। ਹਾਂ ਉਹਦੇ ਨਾਲੇ ਹੋਣਾ। ਅਸਲ 'ਚ ਭਗਤੀ ਹੀ ਮਨ ਤੇ ਮੰਨੇ ਤੇ ਬਾਅਦ ਸ਼ੁਰੂ ਹੁੰਦੀ ਹੈ। ਅਸੀਂ ਜਾਂਦੇ ਨੂੰ ਮਾਲਾ ਦੇਤੀ, ਭਗਤੀ ਉਹ ਨਹੀਂ ਹੈ, ਉਹ ਇੱਥੋਂ ਦਾ ਸ਼ੁਰੂ ਹੋਣੀ ਆ। ਜੋ ਮਨ ਦੇ ਮੰਨਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਭਗਤੀ। ਮਨ ਨੂੰ ਮਨਾਉਣਾ ਭਗਤੀ ਨਹੀਂ ਹੈ, ਭਗਤੀ ਕਰਨ ਵਾਸਤੇ ਬਣਾ ਰਹੀ ਹੈ। ਜਿੱਦਾਂ ਜਾਂ ਮੇਰਾ ਮਨ ਨਹੀਂ ਮੰਨਦਾ ਭਗਤੀ ਕਰਨ ਨੂੰ, ਜੇ ਮਨ ਮੰਨ ਜਵੇ ਭਗਤੀ ਕਰਨ ਨੂੰ, ਕੀ ਉਹ ਭਗਤੀ ਹੋਗੀ? ਸਕੂਲ ਜਾਣ ਨੂੰ ਮਨ ਨਹੀਂ ਮੰਨਦਾ ਕਿਸੇ ਦਾ। ਸਕੂਲ ਜਾਣ ਨੂੰ ਮੰਨਿਆ, ਸਕੂਲ ਜਾਣ ਨੂੰ ਮਨ ਮੰਨ ਗਿਆ ਤਾਂ ਉਹ LLB ਕਰ ਗਿਆ। ਫਿਰ ਉਹ ਸੰਤ ਕੋ ਗਿਆ, ਮੱਥਾ ਟੇਕਿਆ, ਜਦੇ ਮਾਲਾ ਦੇਤੀ, ਬਣਾਤਾ ਭਗਤ। ਲਾਤੀ ਮੋਹਰ ਗਲ 'ਚ ਪਾ ਲਾ, ਕਾਰ ਚੈਨ ਟੰਗਿਆ, ਲੋਕ ਦੇਖਣ ਬੜਾ ਭਗਤ ਹੈ। ਆ ਜਿਹੜਾ ਰਹਿੰਦਾ ਸੀ ਕੋਲ ਸਾਰੇ, ਇਹ ਤਾਂ ਟਕਿਆ ਹੋਇਆ ਇਹਨਾਂ ਦਾ, ਸਾਰੇ ਸੰਤਾਂ ਦਾ। ਸਾਡੀ ਵੈਲਿਊ ਕੁਛ ਨਹੀਂ ਰਹਿਣੀ, ਇਹਨਾਂ ਦਾ ਤਾਂ ਫਰੀ ਦਾ ਚੱਲਦਾ ਠੱਗ ਠਗਾ ਐਵੇਂ। ਉਹ ਕਹਿੰਦਾ ਜਿਹੜਾ ਕਿਹਾ ਸੀ ਨਾ ਬੁੱਧੂ ਦਾ ਆਵਾ, ਉਹ ਬੁੱਧੂ ਨਾ ਕੋਈ ਬੁੱਧੂ ਦੀ ਨਾ ਕੋਈ ਆਵਾ ਦਾ, ਬੁੱਧੂਆਂ ਦਾ ਆਵਾ ਵਿਕਦਾ ਪੱਕਿਆਂ ਦੇ ਬਾਗ ਕੱਚੇ। ਇਹ ਸਾਰੇ ਬੁੱਧੂ ਨੇ ਸੰਤ। ਉਹ ਸਾਡੇ ਉਹ ਆਪਣਾ ਨੈਕਸਨ ਸੀ ਨਾ ਜਿਹੜਾ ਮੱਖਾ, ਉਹ ਮੈਂ ਕਿਤੇ ਕਹਿਤਾ, ਉਹਨੇ ਜਾ ਕੇ ਗਾਂ ਕਹਿਤਾ ਸੀ। ਉਹਨੂੰ ਕਹਿੰਦੇ ਵੀ
ਭਾਈ ਤੂੰ ਇਹ ਗੱਲਾਂ ਕਿੱਥੋਂ ਲਿਆਉਣਾ? ਉਹ ਕਹਿੰਦਾ ਬਾਬਾ ਮੈਂ ਤਾਂ ਚੂੜਿਆਂ ਤੇ ਕਰਦਾ ਜੰਮਿਆ ਹੋਇਆ, ਅਨਪੜ੍ਹ ਗਮਾਰ। ਮੈਂ ਉਹ ਫਿਰ ਮੇਰਾ ਨਾਮ ਲੈਂਦਾ ਤਾਂ ਉਹ ਅਸਲ ਤਾਂ ਉੱਥੇ ਅਸੀਂ ਰਹੇ ਹਾਂ, ਸਾਡੇ ਕਰਮ ਚੰਗੇ ਸੀਗੇ, ਸੰਗਤ ਹੋ ਗਈ, ਉਹ ਤਾਂ ਉਹਦੀ ਬੜੀ ਇੱਜ਼ਤ ਸੀ। ਅਨਪੜ੍ਹ ਟੋਟਲ ਕਰੋ ਇਤਿਹਾਸ ਤੂੰ ਮੈਂ ਪੜ੍ਹੂਤਾ ਥੋੜ੍ਹਾ ਜਿਹਾ ਲਾਤਾ ਇੱਧਰ ਮੈਂ ਤੂੰ ਪੜ੍ਹ ਲਿਆ ਕਰ। 2-4 ਗੱਲਾਂ ਸੀਗੀਆਂ ਉਹਦੇ ਕੋਲ, 5-7 ਕੋਲ। ਉਹਨਾਂ ਨਾਲੇ ਲੋਕਾਂ ਨੂੰ ਇੰਨਾ ਹੁੰਦਾ 2 ਦਿਨ ਕਦਾ ਕਰਦੀ ਹੈ, 1-2 ਗੱਲਾਂ ਰੋਜ਼ ਕਰ ਦਿਓ, ਚੱਲ ਸਰ ਜਾਂਦਾ ਉਹਨਾਂ ਦਾ। ਉਹਨੂੰ ਮੈਂ ਸਮਝਦਾ ਸੀ ਪਤਾ ਨਹੀਂ ਉਹ ਕਿਹੜਾ ਗਿਆ ਨਹੀਂ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਜੇ ਪ੍ਰਸਾਦ ਸਭ ਕੀ ਗਤ ਹੋਏ, ਸਾਰਿਆਂ ਦੀ ਗਤੀ ਕਿਵੇਂ ਹੋਊਗੀ? ਹੁਣ ਕੀ ਹੈ ਉਹ ਜਿਹੜਾ ਜਿਹਦੇ ਨਾਲ ਸਾਰਿਆਂ ਦੀ ਗਤੀ ਗਤੀ ਹੁੰਦੀ? ਉਹ ਇੱਕ ਜਾਪ ਹੈ, ਇੱਕ ਐਸਾ ਜਾਪ ਹੈ, ਜਪਣ ਵਾਲੀ ਇੱਕ ਐਸੀ ਚੀਜ਼ ਹੈ। ਨਾਨਕ ਜਾਪ ਜਪੇ ਜਪ ਸੋਏ। ਇੱਕ ਸਮਝਣ ਵਾਲਾ ਐਸਾ ਸ਼ਬਦ ਹੈ, ਐਸਾ ਉਪਦੇਸ਼ ਹੈ, ਐਸਾ ਗ੍ਰੰਥ ਹੈ। ਜੇ ਪ੍ਰਸਾਦ ਸਭ ਕੀ ਗਤ ਹੋਏ, ਹਰ ਇੱਕ ਹੀ ਚੱਲ ਪੂ, ਕੋਈ ਕਿੰਨਾ ਹੀ ਫਸਿਆ ਹੋਵੇ ਗੱਡੀ ਤੇ, ਕੋਈ ਧਰਮ ਹੋਵੇ ਵਰਲਡ 'ਚ ਠੇਕਾ ਹੈ। ਕੋਈ ਜਾਂ ਤਾਂ ਕੋਈ ਚਲਾ ਕੇ ਦਿਖਾਵੇ, ਸਭ ਦੀ ਗਤੀ ਕਰਕੇ ਦਿਖਾਵੇ, ਇਹ ਆਪੇ ਬਹਿ ਜਵੇ ਗੁਰਬਾਣੀ ਹੈਗੀ, ਗਤੀ ਨਾ ਹੋਵੇ ਫਿਰ ਕਹੇ 4 ਹੋਰ ਵੀ ਬਿਠਾ ਲਾਂਗੇ। ਜਿਹੜਾ ਕਹਿੰਦਾ ਮੈਂ ਗਤੀ ਕਰਾਉਣੀ ਉਹ ਤੇ 4 ਹੋਰ ਬਿਠਾ ਲਏ ਸਿਆਣੇ ਆਦਮੀ, ਉਹ ਤਾਂ ਮੁਕਰੂਗਾ ਉਹ ਤਾਂ 100 ਆਦਮੀ ਦੇ ਵਿੱਚ ਬਿਠਾ ਲਏ ਵੀ ਇਹਦੀ ਗਤੀ ਕਿਉਂ ਨਹੀਂ ਹੁੰਦੀ ਆਰਾਮ ਜ਼ਿਆਦਾ। ਮੈਂ ਚਾਹੁੰਦਾ ਹੀ ਨਹੀਂ ਗਤੀ, ਤੇ ਫਿਰ ਗਤੀ ਹੋਣੀ ਕਿੱਥੋਂ? ਮਨੇ ਨਹੀਂ ਜੇ ਚਾਹੁੰਦਾ ਮੰਨੇ ਕੀ ਗਤ ਕਹੀ ਨਾ ਜਾਏ ਨਾ, ਗਤੀ ਤਾਂ ਉਹਦੀ ਹੋ ਜਾਣੀ ਹੈ, ਗੱਲ ਸਮਝਦਾ ਨੂੰ ਪੈ ਜਾਣੀ ਹੈ, ਸਮਝਦਾ ਨੂੰ ਪੈ ਜਾਣੀ। ਸਮਝਦਾ ਪੈ ਜਾਣੀ, ਜਿੱਥੇ ਖੜਾ ਉੱਥੋਂ ਅੱਗੇ ਚੱਲ ਪੈਣਾ, ਜਿੱਥੇ ਖੜਾ ਉੱਥੋਂ ਅੱਗੇ ਚੱਲੇ ਪੈਣਾ, ਚੱਲਣਾ ਪੈਣਾ। ਬਹੁਤ ਸਾਰੀਆਂ ਗੱਲਾਂ ਫਿਰ ਵੀ ਮੰਨਣੀਆਂ ਪੈ ਜਾਣੀਆਂ ਉਹਨੇ। ਆ ਮਿਸ਼ਨਰੀ ਵਿਰੋਧ ਵੀ ਕਰੀ ਗਏ ਨੇ, ਕਈ ਗੱਲਾਂ ਫਿਰ ਨਾਲ ਤੁਰ ਵੀ ਪਏ, ਮੰਨਣੀਆਂ ਪੈਣੀਆਂ। ਤੁਰਨੀ ਪੈਣੀ। ਅੱਛਾ 2 ਮੰਨ ਲਿਆ, 4 ਹੋਰ, 1 ਮੰਨਤ 2 ਮੰਨਤ 4 ਮੰਨਤ 6, ਇਹਦਾ ਮਰੀ ਜਾਣੇ ਨੇ, ਇਹਦਾ ਸਾਰੇ ਹੀ ਗਲ ਪੈ ਜਾਣੇ ਨੇ। ਕਿਹੜੀ ਤੋਂ ਬਚੋਗੇ? ਇੱਕ ਗੱਲ ਮੰਨ ਲਓ, ਅੱਗੇ ਸੰਤ ਕਹਿੰਦੇ ਹੁੰਦੇ ਤੇ, ਕਹਿੰਦੇ ਬਈ ਇੱਕ ਚੀਜ਼ ਛੱਡ ਦੇ ਬਸ। ਕਹੋ ਕਿ ਕਹਿੰਦਾ ਵੀ ਝੂਠ ਨਾ ਬੋਲੀ, ਹੋਰ ਜੋ ਮਰਜ਼ੀ ਕਰੀ ਜਾ, ਝੂਠ ਨਾ ਬੋਲੀ। ਉਹ ਕਹਿੰਦਾ ਠੀਕ ਲਾ, ਇਹਦਾ ਮੂਲੀ ਗੱਲ ਹੈ, ਝੂਠ ਨਹੀਂ ਮੈਂ ਬੋਲਦਾ, ਬਾਕੀ ਜੋ ਮਰਜ਼ੀ ਕਰੀ ਜਾ। ਚੋਰੀ ਕਰਦਾ ਤਾਂ ਉਹਨੇ ਕਿਹਾ ਚੋਰੀ ਤਾਂ ਮੈਨੂੰ ਗਿਆ ਹੀ ਨਾ ਕਰੀ, ਚੋਰੀ ਕਰ ਲਈ। ਚੋਰੀ ਕਰਨ ਲੱਗਿਆ ਜਾਂਦਾ, ਕਹਿੰਦਾ ਜੇ ਘਰ ਵਾਲੀ ਨੇ ਮੈਨੂੰ ਕਿਹਾ ਵੀ ਕਿੱਥੋਂ ਨੇ, ਕਹਿੰਦਾ ਮੈਂ ਝੂਠ ਤਾਂ ਬੋਲ ਨਹੀਂ ਸਕਦਾ। ਪੁੱਛੇ ਲੈਂਦਾ ਅਗਲਾ। ਹਾਂਜੀ ਅੱਗੇ ਤਾਂ ਐਂ ਥੋੜੀ ਕਹਿੰਦਾ ਮੈਂ ਚੋਰੀ ਕਰਕੇ ਲਿਆ, ਮੈਂ ਤਾਂ ਬਾਹਰ ਗਿਆ ਕਮਾ ਕੇ ਲਿਆ। ਝੂਠ ਨਹੀਂ। ਫੇਰ ਕਿਤੇ ਫੜਿਆ ਜਾਵੇ ਦੂਏ ਨੂੰ, ਕੋਈ ਪੁੱਛ ਲਵੇ ਭਾਈ ਕੀ ਕਰਦਾ, ਭਾਈ ਚੋਰੀ ਕਰਦਾ ਮੈਂ ਤਾਂ। ਅੱਜ ਕੱਲ ਝੂਠ ਨਹੀਂ ਬੋਲਣਾ, ਸੱਚ ਬੋਲ। ਉਹ ਕਹਿੰਦਾ ਵੀ ਇਹਦਾ ਹੌਲੀ ਹੌਲੀ ਉਹ ਕਹਿੰਦਾ ਵੀ ਸੰਤ ਨੂੰ ਜਾ ਕੇ ਕਹਿੰਦਾ ਵੀ ਇਹ ਤਾਂ ਹਮਾਰਾ ਔਖਾ ਹੈਗਾ, ਝੂਠ ਨਾ ਬੋਲਦੀ। ਜੇ ਪ੍ਰਸਾਦ ਤੂੰ ਪਾਵਾਂ ਸੱਚ, ਝੂਠ ਨਹੀਂ ਬੋਲ ਸਕਦਾ। ਸੱਚ ਨਾ ਬੰਨਿਆ ਝੂਠ ਦਾ ਕੀ ਕੰਮ? ਉਹੀ ਗੱਲ ਕਹਿ ਰਹੇ ਨੇ ਮੂੜੇ ਮਨ ਮੂੜੇ ਤੂੰ ਤਾਸਾਂ ਰਾਚ, ਉਹਦੇ ਨਾਲ ਉਹਦੇ ਵਰਗਾ ਹੀ ਹੋ ਜਾ, ਉਹਦੇ ਹੀ ਵਰਗਾ ਹੋ ਜਾ। ਰਚੂ ਮੈਨੂੰ ਜਾ ਜਦ ਉਹਦਾ ਹੀ ਰੂਪ ਹੋ ਜੂ, ਉਹਦੇ ਵਿੱਚ ਹੀ ਪਤਾ ਹੀ ਨਾ ਲੱਗੇ ਤੇਰਾ, ਉਹਦਾ ਬੇਪਛਾਣ ਹੋ ਜਾ।
ਜਿਵੇਂ ਦੁੱਧ 'ਚ ਪਾਣੀ ਪਾ ਦਈਏ ਨਾ, ਅੱਡ ਅੱਡ ਪਏ ਹੁੰਦੇ ਨੇ, ਫਿਰ ਇੱਕੋ ਹੀ ਹੋ ਜਾਂਦੇ ਨੇ ਦੋਏ। ਦੁੱਧ 'ਚ ਪਾਣੀ ਮਿਲਾ ਦਈਏ, ਜਿੰਨਾ ਚਿਰ ਰਚਿਆ ਨਹੀਂ ਹੈ ਪਾਣੀ ਦੁੱਧ 'ਚ, ਉਹਨਾਂ ਚਿਰ ਅੱਡ ਹੈ। ਰਚ ਗਿਆ ਫਿਰ ਸਾਰਾ ਹੀ ਦੁੱਧ ਹੈ। ਕਹਿੰਦਾ ਹੈ ਤਾਂ ਦੁੱਧ ਪਤਲਾ ਕਾਹਤੇ ਹੈ? ਕਹਿੰਦਾ ਚੱਲ ਪਤਲਾ ਦਾ ਅੱਜ ਕੱਲ੍ਹ ਗਾਇਆਂ ਦਾ ਹੁੰਦਾ ਹੀ ਹੈ। ਪਤਲਾ ਕਿਹਾ ਹੈ ਤਾਂ ਦੁੱਧ, ਬੱਜੂ ਤਾਂ ਦੁੱਧ ਹੈ। ਹਾਂਜੀ, ਜੇ ਪ੍ਰਸਾਦ ਸਭ ਕੀ ਗਤ ਹੋਏ, ਜੇ ਪ੍ਰਸਾਦ ਸਭ ਕੀ ਗਤ ਹੋਏ, ਸਭ ਕੀ ਗਤ ਤਾਂ ਹੁੰਦੀ ਹੈ ਕਿ ਕੋਈ ਵੀ ਦੁਨੀਆ ਦੀ ਮਤ ਹੋਵੇ, ਇਹ ਮਤ ਸਾਰਿਆਂ ਤੋਂ ਉੱਤਮ ਹੈ। ਨਾਨਕ ਜਾਪ ਜਪੇ ਜਪ ਸੋਏ। ਨਾਨਕ ਜਾਪ ਜਪੇ ਜਪ ਸੋਏ, ਐਸਾ ਜਾਪ ਜਪਣਾ ਚਾਹੀਦਾ। ਕੋਈ ਦੁਨੀਆ ਦਾ ਬੰਦਾ ਆ ਜਾਵੇ, ਕੋਈ ਮਤ ਵਾਲਾ ਆ ਜਾਵੇ, ਤੇ ਤੇਰਾ ਰੰਗ ਚੜੇ, ਉਹਦਾ ਤੇਰੇ ਤੇ ਨੂੰ ਚੜੇ। ਐਸਾ ਜਾਪ ਜਪਣਾ ਚਾਹੀਦਾ ਕਿ ਦੁਨੀਆ ਦੀ ਕਿਸੇ ਮਤ ਤੇ ਵੀ ਆਪਣਾ ਰੰਗ ਚੜ ਜਾਵੇ। ਹੁਣ ਜਿਹੜੇ ਦੂਏ ਪ੍ਰਚਾਰ ਕਰ ਰਹੇ ਨੇ, ਉਹਨਾਂ ਨੇ ਇਹ ਆਪਣੀ ਮਤ ਦੇ ਉੱਤੇ, ਗੁਰਮਤ ਉੱਤੇ ਰੰਗ ਦੂਆ ਚੜਵਾ ਲਿਆ। ਜਿਨ੍ਹਾਂ ਨੇ ਦੂਆ ਰੰਗ ਚੜਵਾ ਲਿਆ, ਜਿਨ੍ਹਾਂ ਨੇ ਜਾਪ ਸ਼ੁਰੂ ਕਰਤਾ ਵਾਹਿਗੁਰੂ ਦਾ, ਉਹਨਾਂ ਨੇ ਤਾਂ ਫਿਰ ਇਹਨੂੰ ਖੋਟੀ ਸਾਬਤ ਕਰਤਾ ਮਤ। ਇਹਦਾ ਮਤਲਬ ਉਹ ਮਤ ਠੀਕ ਸੀ, ਸਾਡੇ ਵਾਲੀ ਗਲਤ ਹੈ। ਉਹਦਾ ਰੰਗ ਅਸੀਂ ਕਬੂਲ ਲਿਆ। ਜਿਨ੍ਹਾਂ ਨੇ ਕਬੂਲ ਲਿਆ ਕੌਣ ਸੀ? ਸਿੱਖ ਸੀ। ਅਸਲ 'ਚ ਮਤ ਉਹਨਾਂ ਦੀ ਹੈ, ਉਹ ਰਾਮ ਰਾਮ ਵਾਲੀ। ਇੱਧਰ ਆ ਕੇ ਉਹਦਾ ਰੰਗ ਆਪਣੀ ਦਾ ਇੱਥੇ ਚੜ੍ਹਤਾ, ਉਹ ਪ੍ਰਚਾਰ ਕਰ ਰਿਹਾ। ਗੁਰਬਾਣੀ ਤੇ ਸ੍ਰੀ ਚੰਦ ਨੇ ਉਹਨਾਂ ਦੀ ਮਤ, ਯਾਨੀ ਅੱਜ ਸਾਡੇ ਇਹ ਬਿਲਕੁਲ ਸਪਸ਼ਟ ਹੈ ਸਾਰੇ ਯੂਨੀਵਰਸਿਟੀਆਂ ਵਾਲੇ ਕਿ ਜੋ ਇਹ ਸਾਡੀ ਠੀਕ ਹੈ, ਇਹਦੇ ਤੇ ਜਿਹੜਾ ਯੋਗ ਮਤ ਹੈ, ਦਰਸ਼ਨ ਹੈ, ਯੋਗ ਦਰਸ਼ਨ ਕਹਿੰਦੇ ਨੇ। ਹਾਂ, ਯੋਗ ਦਰਸ਼ਨ ਦਾ ਪ੍ਰਭਾਵ ਹੈ। ਯੋਗ ਦਰਸ਼ਨ ਦੇ ਅਨੁਸਾਰ ਇਹਦੇ ਅਰਥ ਕੀਤੇ ਹੋਏ। ਇਹਦਾ ਮਤਲਬ ਸ੍ਰੀ ਚੰਦ ਦਾ ਪ੍ਰਭਾਵ ਪਿਆ। ਸ੍ਰੀ ਚੰਦ ਨੇ ਜੋ ਪ੍ਰਚਾਰ ਕੀਤਾ ਹੈ ਉਹ ਸਾਡੇ ਕੋਲ ਹੈ। ਜਦ ਕੋਲ ਉੱਥੇ ਸਾਹਿਬ ਸਿੰਘ ਸੀ ਸ੍ਰੀ ਚੰਦ ਦੀ ਪੀੜ੍ਹੀ ਚੋਂ, ਅੰਮ੍ਰਿਤਸਰ ਉਹ ਹੈ ਰਿਹਾ। ਉਸ ਦੌਰਾਨ ਇਹ ਟੀਕੇ ਟੂਕੇ ਤੋਂ ਬਾਅਦ ਹੋਏ। ਸਾਹਿਬ ਸਿੰਘ ਬੇਦੀ ਦੇ ਬਾਅਦ, ਸਾਹਿਬ ਸਿੰਘ ਤੋਂ ਬਾਅਦ ਹੋਏ ਨੇ। ਬੇਦੀ ਦਾ ਰਜੀਸ ਬੜੇ ਸੀ। ਸਾਹਿਬ ਸਿੰਘ ਬੇਦੀ, ਹਾਂ, ਅਕਾਲੀ ਫੂਲਾ ਸਿੰਘ ਆ ਗਿਆ, ਸਾਹਿਬ ਸਿੰਘ ਬੇਦੀ ਉੱਥੇ ਆ ਗਿਆ। ਅਕਾਲੀ ਫੂਲਾ ਸਿੰਘ ਗੁੱਸਿਆ ਹੋ ਕੇ ਆ ਗਿਆ ਸੀ ਉੱਥੇ ਸਾਹਿਬ ਸਿੰਘ ਬੇਦੀ ਤੋਂ। ਨਹੀਂ ਰਣਜੀਤ ਸਿੰਘ ਨਾਲੋਂ ਉਹਨਾਂ ਨੇ ਕਿਹਾ ਵੀ ਫਿਰ ਆਪਾਂ ਸਾਹਿਬ ਸਿੰਘ ਬੇਦੀ ਨੂੰ ਲੈ ਆਉਣੇ, ਲੋਕਾਂ ਨੂੰ ਤਾਂ ਟਿਕਾ ਕੇ ਰੱਖਣਾ ਸੀ। ਖਾਲਸਾ ਗੁੱਸੇ ਹੋ ਕੇ ਚਲੇ ਗਏ, ਬੇਦੀ ਨੂੰ ਲੈ ਆਏ। ਬੇਦੀ ਦਾ ਪ੍ਰਭਾਵ ਸੀ ਨਾ, ਪਰ ਉਧਰ ਇੱਧਰਲੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਹੁਣ ਵੀ ਬੇਦੀ ਦਾ ਪ੍ਰਭਾਵ ਹੈ ਉਹ ਇਲਾਕੇ ਪਰੇ ਖਾਸਾ। ਇੱਧਰਲੇ ਪਾਸੇ ਦੂਏ ਸੀ ਗਈ ਸ੍ਰੀ ਚੰਦ ਦਾ ਪ੍ਰਭਾਵ ਸੀ ਬਟਾਲੇ ਪਰੇ, ਜਿੱਥੇ ਗੁਰੂ ਨਾਨਕ ਰਿਹਾ ਸ੍ਰੀ ਚੰਦ ਨਾਲ ਜੁੜ ਕੇ। ਫਿਰ ਉੱਥੇ ਆ ਕੇ ਖਡੂਰ ਸਾਹਿਬ ਉਹਦੇ ਦੂਏ ਦੇ ਮੁੰਡੇ ਪੱਟ ਲਏ, ਉਹਨਾਂ ਨਾਲ ਜੁੜ ਗਏ। ਧੜਾ ਬਣਾਉਂਦੇ ਚਲੇ ਗਏ ਨਾ ਆਪਣਾ। ਹਾਂ, ਬੰਦੇ ਚਲੇ ਗਏ। ਖਡੂਰ ਸਾਹਿਬ ਗੁਰੂ ਅੰਗਦ ਦੇ ਮੁੰਡੇ ਮਿਲ ਗਏ ਉਹਨਾਂ ਨੂੰ। ਫਿਰ ਉੱਥੇ ਆ ਕੇ ਫਿਰ ਦੂਏ ਗੁਰੂ ਅਮਰਦਾਸ ਦੇ ਮੁੰਡੇ ਮਿਲ ਗਏ ਉਹਨਾਂ ਨੂੰ। ਉਹ ਸਾਰੇ ਇਕੱਠੇ ਹੋ ਗਏ, ਤਿੰਨੇ ਗਰੁੱਪ, ਉਹ ਸਾਰੇ ਗਰੁੱਪ ਇਕੱਠੇ ਹੋ ਗਏ। ਕਿਉਂਕਿ ਐਵੇਂ ਜਿਹੜਾ ਭਾਈ ਮਣੀ ਸੀ ਨਾ, ਬੰਦ ਘੱਟ ਹੋ ਗਿਆ ਉੱਥੇ, ਤਾਂ ਮਤਲਬ ਸਾਰੇ ਧੜੇ ਇਕੱਠੇ ਦੇ ਇਕੱਠੇ ਹੀ ਸੀ ਉਹ ਸਾਰੇ ਇਕੱਠੇ। ਬਈ ਇੱਕ ਤੁਹਾਡਾ ਹੈਗਾ ਜਾਤੇ ਜਿਆਦਾ ਉੱਥੇ ਆਪਣੇ ਬਟਾਲੇ ਨਾ ਸੌਰੀ ਬਾਬੇ ਬਕਾਲੇ, ਉੱਥੇ ਜੋੜਤੀ ਉਹ ਭੋਰਾ, ਉੱਥੇ ਭੋਰੇ ਦੀ ਕਥਾ ਜੋੜਤੀ। ਭੋਰੇ 'ਚ ਬੈਠੇ ਤਪ ਕੀਤਾ, ਜਿਹੜਾ ਝੂਠ ਸਾਰਾ ਝੂਠ ਹੈ ਇਸ ਏਰੀਏ 'ਚ ਅੜਦਲੇ। ਇਹ ਦੋਏ ਜ਼ਿਲ੍ਹਿਆਂ 'ਚ ਗੁਰਦਾਸਪੁਰ ਔਰ ਅੰਮ੍ਰਿਤਸਰ, ਇਹ ਸਾਰੇ ਝੂਠ ਇੱਥੇ। ਦੁਆਬੇ ਜ਼ਿਆਦਾ ਪ੍ਰਚਾਰ ਨਹੀਂ ਗੁਰੂ ਘਰ ਦਾ, ਕੋਈ ਗੁਰੂ ਘਰ ਦਾ ਬਹੁਤਾ ਪ੍ਰਚਾਰ ਦੁਆਬੇ।
ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਉੱਥੇ। ਜਿੱਥੇ ਹੈਗਾ ਇਹ ਬਟਾਲਾ ਹੋਇਆ, ਗੁਰਦਾਸਪੁਰ ਨਾਲੇ ਅੰਮ੍ਰਿਤਸਰ ਦੇ ਉਹ ਪਰਲੇ ਪਾਸੇ ਗੁਰਦਾਸਪੁਰ ਇੱਧਰ ਤਾਂ ਕੀ ਹੈ ਵੀ ਨਹੀਂ, ਹੁਣ ਵੀ ਖੱਲਾ ਐਵੇਂ ਜਿੱਤ ਗਏ। ਗੁਰਦਾਸਪੁਰ ਚ ਪਠਾਨਕੋਟ ਸਾਈਡ ਉਧਰ ਹੁਸ਼ਿਆਰਪੁਰ ਵੀ ਦੋਵੇਂ ਬੀਜੇਪੀ ਦੀਆਂ ਸੀਟਾਂ ਨੇ ਵੀ, ਹਾਂ ਗੁਰਦਾਸਪੁਰ ਵੀ, ਅੰਮ੍ਰਿਤਸਰ ਵੀ ਉਹਨਾਂ ਦੀ, ਅੰਮ੍ਰਿਤਸਰ ਵੀ ਉਹਨਾਂ ਦੀ ਹੋਈ ਹੈ, ਉਹਨਾਂ ਦੀ ਉਹਦੀ ਐਤਕੀ ਤਾਂ ਮੈਂ ਕਿਤੇ ਲੈ ਗਿਆ ਸਿੱਖ ਨੇ ਉੱਥੇ।